ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਸਾਡੇ ਅੱਜ ਦੇ ਮਹਿਮਾਨ ਆ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਆਮ ਇਨਸਾਨ ਆ ਅਸੀਂ ਸਾਰੇ, ਪਰ ਕੋਈ ਖਾਸ ਕੰਮ ਜਦੋਂ ਅਸੀਂ ਕਰ ਦਿੰਦੇ ਹਾਂ ਤੇ ਅਸੀਂ ਆਮ ਤੋਂ ਖਾਸ ਹੋ ਜਾਂਦੇ ਆ, ਸਾਡੀ ਲੋਕਾਂ ਦੇ ਵਿੱਚ ਪਹਿਚਾਣ ਬਣ ਜਾਂਦੀ ਆ। ਤੇ ਜਦੋਂ ਕੋਈ ਖਾਸ ਕੰਮ ਹੁੰਦਾ, ਉਹ ਖਾਸ ਕੰਮ ਜਿਹੜਾ ਆ ਨਾ, ਉਹ ਤੁਸੀਂ ਚਾਹ ਕੇ ਨਹੀਂ ਕਰਦੇ ਕਿ ਤੁਸੀਂ ਚਾਹ ਰਹੇ ਆ ਜਾਂ ਤੁਸੀਂ ਖਾਸ ਬਣਨਾ ਚਾਹੁੰਦੇ ਆ। ਇਹ ਉਸ ਵਾਹਿਗੁਰੂ ਦੇ ਹੱਥ ਆ ਕਿ ਇਸ ਇਨਸਾਨ ਨੂੰ ਉਹਨੇ ਕਿਹੜੇ ਰਾਹ ਤੇ ਕਦੋਂ ਪਾ ਦੇਣਾ। ਇਹ ਤੁਹਾਡੇ ਆਪਣੇ ਕਰਮ ਆ ਕਿ ਤੁਹਾਡੇ ਜ਼ਿਹਨ ਦੇ ਵਿੱਚ ਜੋ ਹੈ ਤੁਸੀਂ ਉਹਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ। ਸੋ ਸ਼ਖਸੀਅਤਾਂ ਬਹੁਤ ਹੈ ਸਾਡੀ ਕਮਿਊਨਿਟੀ 'ਚ। ਜੇ ਅਸੀਂ ਰੋਜ਼ ਦੇ 10 ਗੈਸਟ ਵੀ ਲਿਆ ਕੇ ਤੁਹਾਨੂੰ ਮਿਲਾਈਏ ਤਾਂ ਵੀ ਸਾਡੇ ਕੋਲ ਸਮਾਂ ਘੱਟ ਜਾਵੇਗਾ, ਪਰ ਗੈਸਟ ਪੂਰੇ ਨਹੀਂ ਪੈਣਗੇ। ਸਾਡੀ ਪੰਜਾਬੀ ਕਮਿਊਨਿਟੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚੱਲ ਜਾਵੇ, ਔਰ ਖਾਸ ਕਰਕੇ ਸਿੱਖ ਕਮਿਊਨਿਟੀ, ਦਸਤਾਰਧਾਰੀ ਸਾਡੇ ਆਪਣੇ ਵੀਰ ਕਿਸੇ ਵੀ ਦੁਨੀਆ ਦੇ ਕੋਨੇ ਤੇ ਚੱਲ ਜਾਣ, ਉਹਨਾਂ ਦੀ ਵੱਖਰੀ ਪਹਿਚਾਣ ਹੁੰਦੀ ਹੈ। ਸੋ ਸਿੱਖ ਮੋਟਰਸਾਈਕਲ ਕਲੱਬ ਤੋਂ ਮੈਂ ਜਾਣਦੀ ਹਾਂ ਇਹਨਾਂ ਨੂੰ, ਪਰ ਮੈਨੂੰ ਬੜਾ ਚੰਗਾ ਲੱਗਾ ਜਦੋਂ ਮੈਨੂੰ ਲੱਗਾ ਪਤਾ ਕਿ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਆਪਣੀ ਜਰਨੀ ਤੇ, ਮੋਟਰਸਾਈਕਲ ਜਰਨੀ ਤੇ। ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਮੋਟਰਸਾਈਕਲ, ਬੇਸ਼ੱਕ ਅੱਜ ਹਰ ਕੋਈ ਲੇਡੀਜ਼ ਵੀ ਮੋਟਰਸਾਈਕਲ ਚਲਾਈ ਫਿਰਦੀਆਂ, ਪਰ ਐਕਸਪੀਰੀਅੰਸ ਕਿਵੇਂ ਦਾ, ਉਹਨੂੰ ਅੱਖਰਾਂ ਦੇ ਵਿੱਚ ਕਿਵੇਂ ਪਰੋਇਆ, ਕਿਹੜੀ ਗੱਲ ਨੇ ਪ੍ਰੇਰਿਤ ਕੀਤਾ ਇਹਨਾਂ ਨੂੰ। ਸੋ ਅੱਜ ਸਾਡੇ ਨਾਲ ਖਾਸ ਪ੍ਰਭਜੀਤ ਸਿੰਘ ਤੱਖਰ ਸਟੂਡੀਓ ਦੇ ਵਿੱਚ ਪਹੁੰਚੇ ਆ। ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੇ ਨਾਲ ਗੱਲ ਕਰਦੇ ਆ। ਜੀ ਆਨੂ ਜੀ, ਤੁਹਾਨੂੰ ਸਾਂਝਾ ਟੀਵੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਫॉर ਕਮਿੰਗ। ਸਤਿ ਸ਼੍ਰੀ ਅਕਾਲ ਭੈਣ ਜੀ, ਥੈਂਕ ਯੂ ਸੋ ਮਚ ਫॉर ਦਾ ਇੰਟਰੋਡਕਸ਼ਨ। ਤੁਹਾਡੇ ਵਿਊਅਰਸ ਨੂੰ ਅਰਾਊਂਡ ਦ ਗਲੋਬ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਪ੍ਰਭਜੀਤ ਜੀ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਕੋਲ ਆਏ, ਬੜਾ ਚੰਗਾ ਲੱਗਾ। ਔਰ ਤੁਹਾਡੇ ਬਾਰੇ ਜਾਣਦੇ ਤੁਹਾਨੂੰ ਬੜੇ ਲੰਬੇ ਸਮੇਂ ਤੋਂ, ਕਿਉਂਕਿ ਮੋਟਰਸਾਈਕਲ ਕਲੱਬ ਦੇ ਨਾਲ ਤੁਸੀਂ ਜੁੜੇ ਹੋ, ਸਿੱਖ ਮੋਟਰਸਾਈਕਲ ਕਲੱਬ ਦੇ ਨਾਲ। ਸੋ ਆਮ ਸਾਡੀ ਕਿਤੇ ਨਾ ਕਿਤੇ ਮੁਲਾਕਾਤ ਹੁੰਦੀ ਰਹਿੰਦੀ ਆ, ਪਰ ਇੱਕ ਵੱਖਰੀ ਸ਼ਖਸੀਅਤ ਜਿਹੜੀ ਹੁਣ ਸਾਹਮਣੇ ਤੁਹਾਡੀ ਉੱਭਰ ਕੇ ਆਈ ਸਾਡੇ, ਉਹਨੂੰ ਜਾਣ ਕੇ ਬੜਾ ਚੰਗਾ ਲੱਗਾ ਕਿ ਜਦੋਂ ਕਮਿਊਨਿਟੀ ਦੇ ਵਿੱਚ ਕੁਝ ਖਾਸ ਮੈਸੇਜ ਆਉਂਦਾ ਜਾਂ ਕੁਝ ਖਾਸ ਤੁਸੀਂ ਆਪਣਾ ਲੈ ਕੇ ਆਉਂਦੇ ਹੋ। ਸੋ ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਜਿਹੜੀ ਤੁਹਾਡੀ ਇੱਕ ਕਿਤਾਬ ਆਈ ਹੈ, ਜਿਹੜੀ ਤੁਸੀਂ ਬਸ ਲਿਖ ਦਿੱਤੀ ਹੈ, ਇਹ ਕਿਉਂ ਲਿਖੀ, ਕਿਵੇਂ ਲਿਖਣ ਦਾ ਤੁਹਾਡਾ ਮਨ ਬਣਿਆ, ਇਹ ਬਾਅਦ ਜਾਣਾਂਗੇ। ਪਰ ਪਹਿਲਾਂ ਅਸੀਂ ਤੁਹਾਡੇ ਪਿੰਡ ਚੱਲਦੇ ਹਾਂ, ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਸਾਨੂੰ ਦੱਸੋ, ਕਿਉਂਕਿ ਅਸੀਂ ਤੁਹਾਨੂੰ ਜਾਣਦੇ ਹਾਂ ਪਰ ਹੋ ਸਕਦਾ ਬਹੁਤੇ ਸਾਡੇ ਪਰਿਵਾਰਾਂ ਨੂੰ ਤੁਹਾਡੇ ਪਿਛੋਕੜ ਬਾਰੇ ਨਾ ਪਤਾ ਹੋਵੇ। ਜੀ, ਥੈਂਕ ਯੂ ਭੈਣ ਜੀ। ਪਿੰਡ ਸਾਡਾ ਜੀ ਜਲੰਧਰ ਡਿਸਟ੍ਰਿਕਟ ਨੂੰ ਮੈਂ ਬਿਲੋਂਗ ਕਰਦਾ ਜੀ। ਜਨਮ ਮੇਰਾ ਪਿੰਡ ਢੇਰੀਆਂ, ਪਿੱਛੋਂ ਸਾਡਾ ਪਿੰਡ ਸ਼ੰਕਰ ਆ ਜੀ, ਸ਼੍ਰੀ ਸ਼ੰਕਰ ਦੁਆਬੇ ਦਾ ਮਸ਼ਹੂਰ ਪਿੰਡ ਆ ਜੀ। ਤਾਂ ਸਕੂਲਿੰਗ ਵੀ ਉੱਥੇ ਹੀ ਹੋਈ ਜੀ। ਮੈਂ ਨਕੋਦਰ ਪੜ੍ਹਿਆ ਪਹਿਲੋਂ ਜੀ, ਉਸ ਤੋਂ ਬਾਅਦ ਮੈਂ 1 ਸਾਲ ਸੈਂਟ ਜੋਸਫ ਬॉयਜ਼ ਸਕੂਲ ਜਲੰਧਰ ਪੜ੍ਹਿਆ ਜੀ। ਤਾਂ 6 ਮਹੀਨੇ ਕਾਲਜ ਲਾਏ, ਤਾਂ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੀ ਅਸਲੀ ਪੜ੍ਹਾਈ ਪੜ੍ਹਨ ਕੈਨੇਡਾ ਆ ਗਿਆ ਜੀ। 21 ਸਾਲਾਂ ਦੀ ਉਮਰ ਦੇ ਵਿੱਚ ਮੈਂ ਇੱਥੇ ਆ ਗਿਆ ਜੀ। ਕੰਮਕਾਰ ਕਰ ਰਹੇ ਹਾਂ ਜਿੱਦਾਂ ਬਾਕੀ ਸਾਰੇ ਆਪਾਂ ਕਰ ਹੀ ਰਹੇ ਹਾਂ ਜੀ। ਹਾਂਜੀ, ਇਹ ਸਾਡਾ ਪਿਛੋਕੜ ਆ। ਹਾਂਜੀ ਜੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਛੋਟੀ ਉਮਰ ਦੇ ਵਿੱਚ ਬਾਹਰਲੇ ਕਿਸੇ ਮੁਲਕ ਦੇ ਵਿੱਚ ਆ ਜਾਣਾ, ਕਈ ਵਾਰੀ ਤੇ ਚਾਅ ਹੀ ਬੜਾ ਹੁੰਦਾ ਕਿ ਮੈਂ ਕੈਨੇਡਾ ਜਾਣਾ ਆ। ਸੋ ਕਿਵੇਂ ਲੱਗਾ ਸੀ ਇੰਨੀ ਛੋਟੀ ਉਮਰ 'ਚ ਇਸ ਮੁਲਕ ਦੇ ਵਿੱਚ ਆ ਕੇ? ਬੜੀ ਵੱਡੀ ਚੇਂਜ ਲੱਗੀ ਹੋਊਗੀ ਤੁਹਾਨੂੰ। ਜਿੱਦਾਂ ਤੁਸੀਂ ਕਹਿੰਦੇ ਐਗਜ਼ੈਕਟਲੀ, ਬਹੁਤ ਚਾਅ ਹੁੰਦਾ। ਇੱਕੋ ਸੀਗਾ ਵੀ, ਕਿਉਂਕਿ ਜਿੱਦਾਂ ਮੈਂ ਜਾਣੀ ਕਿ ਮੀਡੀਅਮ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ, ਪਤਾ ਸੀ ਵੀ ਉੱਥੇ ਵੀ ਕੁਛ ਨਾ ਕੁਛ ਕਰਨਾ ਪਊਗਾ। ਇਹ ਜ਼ਰੂਰ ਸੀ ਵੀ ਜੇ ਇੱਥੇ ਆ ਜਾਂਦੇ ਤਾਂ ਸ਼ਾਇਦ ਜਾਣੀ ਕਿ ਇੱਥੇ ਲਿਵਿੰਗ ਅਰਨ ਕਰਨੀ ਥੋੜੀ ਈਜ਼ੀ ਹੋਊਗੀ ਉੱਥੇ ਨਾਲੋਂ। ਸੋ ਬਹੁਤ ਚਾਅ ਸੀ, ਬਹੁਤ ਵਧੀਆ ਮਹਾਰਾਜ ਦੀ ਕਿਰਪਾ ਕਿ ਮੈਨੂੰ ਲੱਗਦਾ ਕਿ I was blessed to be here। ਬਹੁਤ ਬਹੁਤ ਵਧੀਆ ਇਸ ਧਰਤੀ ਨੇ ਜਿਹਨੇ ਸਾਨੂੰ ਸਾਡੇ ਜਿੱਥੇ ਅਸੀਂ ਜੰਮੇ ਆ ਉਹਦੇ ਨਾਲੋਂ ਬਹੁਤ ਜ਼ਿਆਦਾ ਕੁਛ ਦਿੱਤਾ। ਮੈਂ ਉੱਡਾ ਕੁਆਲੀਫਾਈਡ ਨਹੀਂ ਜਿੰਨਾ ਮੈਨੂੰ ਇੱਥੇ ਮਿਲਿਆ ਆ। I feel very blessed, seriously। ਹਾਂਜੀ, ਅਕਸਰ ਅਸੀਂ ਦੇਖਿਆ ਜਾਵੇ ਕਈ ਵਾਰੀ ਇਨਸਾਨ ਚਾਹ ਕੇ ਆਉਂਦਾ, ਬੜੀ ਹਾਇਰ ਐਜੂਕੇਸ਼ਨ ਲੈ ਕੇ ਆਉਂਦਾ, ਬੜਾ ਕੁਛ, ਪਰ ਉਹਨੂੰ ਉਹਦੀ ਮਨ ਮਰਜ਼ੀ ਦਾ ਜੋ ਚਾਹੁੰਦਾ ਉਹ ਕਰ ਨਹੀਂ ਸਕਦਾ, ਬੇਸ਼ੱਕ ਉਹ ਕਿਸੇ ਮੁਲਕ ਚੱਲ ਜਾਏ। ਪਰ ਤੁਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਕਿ ਜੋ ਸੋਚਿਆ ਵੀ ਨਹੀਂ ਸੀ ਜੋ ਤੁਸੀਂ ਪ੍ਰਾਪਤ ਕੀਤਾ। ਮੈਨੂੰ I consider myself a very positive person। ਕਿਉਂਕਿ ਮੈਨੂੰ ਜਿੰਨਾ ਕੁ ਮੈਂ ਕੁਆਲੀਫਾਈਡ ਆ ਉਹਦੇ ਨਾਲ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਮੈਨੂੰ। ਮੈਂ 10ਵੀਂ ਤੇ ਉੱਥੇ ਪੜ੍ਹਿਆ, 11ਵੀਂ ਵੀ ਪੂਰੀ ਨਹੀਂ ਕੀਤੀ, ਤਾਂ ਮੈਂ ਇੱਥੇ ਆ ਗਿਆ। ਮਹਾਰਾਜ ਦੀ ਕਿਰਪਾ ਦੇ ਨਾਲ ਵਧੀਆ ਸੋਹਣੀਆਂ ਜੌਬਾਂ ਕਰਦੇ ਰਹੇ ਆ। ਬਾਕੀ ਮੈਨੂੰ ਲੱਗਦਾ ਕਿ ਜਿਹੜੀ ਕੰਟੈਂਟਮੈਂਟ ਆ ਉਹ ਚੀਜ਼ ਆ, ਇਟਸ ਨਾਟ ਅਬਾਊਟ ਦ ਜੌਬ ਯੂ ਡੂਇੰਗ,
ਜੀ। ਇਟਸ ਅਬਾਊਟ ਹਾਊ ਯੂ ਫੀਲ ਡੂਇੰਗ ਇਟ। ਤਾਂ ਮੈਨੂੰ ਆਲਵੇਜ਼ ਇਹ ਲੱਗਾ ਕਿ ਮਹਾਰਾਜ ਦੀ ਬਹੁਤ ਜ਼ਿਆਦਾ ਮੇਰੇ ਤੇ ਕਿਰਪਾ ਆ ਕਿ ਮੈਨੂੰ ਮੇਰੀ ਕਾਬਲੀਅਤ ਨਾਲੋਂ ਉਹਦੇ ਨਾਲੋਂ ਵਧੀਆ ਮੇਰੇ ਕੋਲ ਜੋਬਾਂ ਰਹੀਆਂ। ਤਾਂ ਮੈਂ ਬਹੁਤ ਜ਼ਿਆਦਾ ਅਗੇਨ ਆਈ ਫੀਲ ਵੈਰੀ ਬਲੈਸਡ। ਦੈਟਸ ਵੈਰੀ ਨਾਈਸ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਮੋਟਰਸਾਈਕਲ ਕਲੱਬ, ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜੁੜੇ ਹੋ। ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹਦੇ ਮੈਂਬਰ ਹੋ ਜੀ? ਮੈਂ 2010 ਤੋਂ 2010 ਤੋਂ ਸਿੱਖ ਮੋਟਰਸਾਈਕਲ ਕਲੱਬ ਦਾ ਮੈਂਬਰ ਹਾਂ ਜੀ। ਮੈਂ ਨਗਰ ਕੀਰਤਨ ਦੇ ਉੱਤੇ ਦੇਖੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਮੁੰਡੇ, ਉਦੋਂ ਮੇਰੇ ਵੀ ਕੇਸ ਕੱਟੇ ਹੁੰਦੇ ਸੀ। ਆਈ ਵਾਸ ਕਲੀਨ ਸ਼ੇਵਨ। ਤਾਂ ਦਿਮਾਗ ਵਿੱਚ ਹੁੰਦਾ ਸੀ ਵਧੀਆ ਕਿ ਦਸਤਾਰਾਂ ਵਾਲੇ ਮੁੰਡੇ ਵਧੀਆ ਲੱਗਦੇ ਨੇ। ਸੋ ਮੈਨੂੰ ਲੱਗਦਾ ਇੱਕ ਕੇਸ ਰੱਖਣ ਦਾ ਵੀ ਇੱਕ ਜਰੀਆ ਸਿੱਖ ਮੋਟਰਸਾਈਕਲ ਕਲੱਬ ਬਣਿਆ, ਜਾਂ ਤੁਹਾਡੇ ਵਰਗੇ ਜਿਹੜੇ ਕਮਿਊਨਿਟੀ ਦੇ ਵਿੱਚ ਵੈਰੀ ਮੱਚ ਨੋਨ ਜਾਂ ਆਊਟਸਪੋਕਨ ਦ ਪੀਪਲ ਹੂ ਰਿਪਰੈਜ਼ੈਂਟ ਆਵਰ ਕਮਿਊਨਿਟੀ, ਉਹਨਾਂ ਨਾਲ ਮਿਲਣ ਦਾ ਵੀ ਮੌਕਾ ਇਸ ਜਾਣੀ ਕਿ ਇਸ ਪਲੇਟਫਾਰਮ ਤੇ ਮਿਲਿਆ। ਸੋ ਵਧੀਆ ਹੁਣ ਹੋ ਗਿਆ 12-13 ਸਾਲ ਹੋ ਗਏ ਜੀ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜੁੜਿਆ ਨੂੰ। ਹਾਂਜੀ, ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਡਰਾਈਵਿੰਗ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੋਈ ਆ। ਮੋਟਰਸਾਈਕਲ ਦਾ ਲਾਇਸੈਂਸ ਲੈਣਾ ਬਹੁਤ ਜ਼ਿਆਦਾ ਹਾਰਡ ਆ, ਕਿਉਂਕਿ ਕਈ ਵਾਰੀ ਹੁੰਦਾ ਕਿ ਤੁਸੀਂ ਸੋਚਦੇ ਆ ਬਹੁਤ ਈਜ਼ੀ ਆ। ਬੈਕ ਦੈਨ ਕਿੰਨਾ ਕੁ ਈਜ਼ੀ ਸੀਗਾ, ਜਾਂ ਉਦੋਂ ਵੀ ਐਵੇਂ ਹੀ ਸੀ, ਹਾਰਡ ਹੀ ਸੀ? ਕਿੰਨਾ ਕੁ ਔਖਾ ਲੱਗਾ ਸੀ ਤੁਹਾਨੂੰ? ਕਿਉਂਕਿ ਜਿਸ ਧਰਤੀ ਤੋਂ ਆਪਾਂ ਆਏ ਆ ਨਾ, ਉੱਥੇ ਤੇ ਬਣ ਵੀ ਜਾਂਦੇ ਆ ਨਾ, ਇੱਥੇ ਤੇ ਲੈਣੇ ਪੈਂਦੇ, ਬਣਾਉਣੇ ਪੈਂਦੇ, ਉੱਥੇ ਤੇ ਬਣ ਵੀ ਜਾਂਦੇ। ਇੱਕ ਸੱਚਾਈ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਤੇ ਕਿਵੇਂ ਲੱਗਾ ਸੀ ਤੁਹਾਨੂੰ? ਕਿੰਨਾ ਕੁ ਹਾਰਡ ਲੱਗਾ ਸੀ? ਐਕਚੁਅਲੀ ਮੈਨੂੰ ਲੱਗਦਾ ਸਾਡੇ ਨੈਸੈਸਿਟੀ ਸੀਗੀ ਪਿੱਛੇ ਮੋਟਰਸਾਈਕਲ, ਕਿਉਂਕਿ ਜਿੱਦਾਂ ਕਿਤੇ ਪਰਿਵਾਰਾਂ ਚੋਂ ਮੈਂ ਆਇਆ ਜਾਂ ਅਸੀਂ ਬਾਹਲੇ ਆਏ ਆ, ਕਾਰਾਂ ਵਾਲੇ ਹੈ ਨਹੀਂ ਸੀ ਅਸੀਂ। ਸੋ ਅਸੀਂ ਸਾਈਕਲਾਂ, ਮੋਟਰਸਾਈਕਲਾਂ, ਸਕੂਟਰਾਂ ਵਾਲੇ ਹੀ ਸੀਗੇ। ਸੋ ਸਾਨੂੰ ਅਸੀਂ ਚਲਾਈ ਫਿਰਦੇ ਸੀ, ਪਰ ਜਿਹੜੇ ਪ੍ਰੋਪਰ ਚਲਾਉਣਾ ਉਹ ਤਾਂ ਇੱਥੇ ਤੁਸੀਂ ਆ ਕੇ ਸਿੱਖਦੇ ਹੋ। ਦੂਜੀ ਗੱਲ, ਜਿੱਦਾਂ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ, ਇੱਥੇ ਵੱਡੀ ਪ੍ਰੋਬਲਮ ਇਹ ਆ ਕਿ ਲੋਕਾਂ ਨੂੰ ਅਕਨੌਲੇਜ ਨਹੀਂ ਕਰਦੇ, ਕਿਉਂਕਿ ਮੋਟਰਸਾਈਕਲ ਜਾਂ 2 ਵੀਲਰ ਬਹੁਤ ਘੱਟ ਨੇ ਰੋਡ ਤੇ। ਸੋ ਦਿਮਾਗ 'ਚ ਨਹੀਂ ਹੁੰਦਾ ਕਿ ਹੋ ਸਕਦਾ ਤੁਹਾਡੇ ਸਾਈਡ ਨਾਲ ਵਾਲੀ ਲਾਈਨ ਦੇ ਵਿੱਚ। ਸੋ ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ ਕਿ ਬਚ ਕੇ ਚੱਲੀਏ। ਪਰ ਅਸੀਂ ਜਿੱਦਾਂ ਕਿ ਕਲੱਬ ਦੇ ਮੈਂਬਰ ਆ, ਅਸੀਂ ਮੋਸਟਲੀ ਇਕੱਲੇ ਉੱਦਾਂ ਵੀ ਘੱਟ ਰਾਈਡ ਕਰਦੇ ਆ। ਜਦੋਂ ਗਰੁੱਪ ਦੇ ਵਿੱਚ ਜਾਂਦੇ ਆ ਤਾਂ ਇੱਕ ਮਹਾਰਾਜ ਵੱਲੋਂ ਜਾਣੀ ਕਿ ਇੰਨਾ ਕੁ ਦਸਤਾਰਾਂ ਵੀ ਉੱਦਾਂ ਕਿਤੇ ਰੰਗਾਂ ਦੀਆਂ ਬੰਨੀਆਂ ਹੁੰਦੀਆਂ, ਦਿਸਦੇ ਵੀ ਆ ਅਸੀਂ। ਇੱਕ ਮੋਟਰਸਾਈਕਲ ਵੀ ਲਾਊਡ ਹੁੰਦੇ ਨੇ, ਸੋ ਜਿਹੜੇ ਕਾਰਾਂ ਵਾਲੇ ਵੀ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਮੋਟਰਸਾਈਕਲ ਆਉਂਦੇ ਨੇ। ਸੋ ਉੱਥੇ ਨਾਲੋਂ ਸੇਫ ਆ ਇੱਥੇ ਬਹੁਤ ਜ਼ਿਆਦਾ, ਪਰ ਸਪੀਡ ਜ਼ਿਆਦਾ ਹੋਣ ਦੇ ਕਰਕੇ, ਜਾਂ ਜਦੋਂ ਕਿਤੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ, ਉਹਦੇ ਕਰਕੇ ਆਪਾਂ ਨੂੰ ਜ਼ਰੂਰ ਲੱਗਦਾ ਕਿ ਡੇਂਜਰਸ ਆ। ਹਾਂ, ਹੈਗਾ ਵੀ ਡੇਂਜਰਸ। ਯੂ ਗੋਟ ਟੂ ਬੀ ਐਕਸਟਰਾ ਕੇਅਰਫੁਲ ਐਂਡ ਰਿਸਪੌਂਸਿਬਲ। ਜਦੋਂ ਅਸੀਂ ਗੱਲ ਕਰਦੇ ਆ, ਅਸੀਂ ਤੇ ਬੁਲਟ ਮੋਟਰਸਾਈਕਲ, ਰਾਜਦੂਤ, ਹੀਰੋ ਹੋਂਡਾ ਵਾਲੇ ਸੀ। ਇੱਥੇ ਤਾਂ ਮੋਟਰਸਾਈਕਲ ਹੀ ਬੜੇ ਤਰ੍ਹਾਂ ਦੇ ਆ, ਉਹਨਾਂ ਦੀ ਤਾਂ ਹਾਰਸ ਪਾਵਰ ਹੀ ਬਹੁਤ ਜ਼ਿਆਦਾ ਆ, ਕਾਰ ਨਾਲੋਂ ਜ਼ਿਆਦਾ ਪਾਵਰਫੁਲ ਮੋਟਰਸਾਈਕਲ ਆ। ਉਹਨਾਂ ਨੂੰ ਵੀ ਚੂਜ਼ ਕਰਨਾ ਥੋੜਾ ਔਖਾ ਹੁੰਦਾ ਕਿ ਮੈਂ ਕਿਹੜਾ ਲੈਣਾ ਆ। ਬਿਲਕੁਲ। ਅਸਲ 'ਚ ਨਾ ਜਿੱਦਾਂ ਆਪਾਂ ਸਾਰੇ ਆਏ, ਜਦੋਂ ਪੰਜਾਬ 'ਚੋਂ ਆਏ ਆ, ਤਾਂ ਸਾਡੇ ਲਈ ਐਨਫੀਲਡ ਬਹੁਤ ਵੱਡੀ ਗੱਲ ਹੁੰਦੀ ਹੈ। ਐਨਫੀਲਡ ਨਾਲੋਂ ਤਾਂ ਵੱਡੀ ਚੀਜ਼ ਸਾਨੂੰ ਹੁੰਦੀ ਨਹੀਂ ਕੋਈ ਵੀ ਲੱਗਦੀ ਹੈ। ਸੋ ਮੈਂ ਵੀ ਪਹਿਲਾਂ ਐਨਫੀਲਡ ਹੀ ਲੈ ਕੇ ਆਂਦਾ ਸੀ। ਸੋ ਉਹ ਹੁੰਦਾ ਇੱਕ ਦਿਮਾਗ ਦੇ ਵਿੱਚ ਨਾ। ਕਲੱਬ 'ਚ ਉਦੋਂ ਵੀ ਮੋਟਰਸਾਈਕਲ ਸੀਗੇ, ਹੋਰ ਵੀ ਹਾਰਲੇ ਡੇਵਿਡਸਨ ਜਾਂ ਹੋਰ ਵੀ, ਪਰ ਅਸੀਂ ਜਿੱਥੇ ਵੀ ਕਿਤੇ ਜਾਣਾ ਨਾ, ਭਾਵੇਂ ਆਪਣੀ ਕਮਿਊਨਿਟੀ 'ਚ ਹੋਈਏ ਤਾਂ ਭਾਵੇਂ ਦੂਜਿਆਂ ਦੀ ਜਾਣੀ ਕਿ ਮੇਨ ਸਟ੍ਰੀਮ ਕਮਿਊਨਿਟੀ 'ਚ ਹੋਈਏ, ਤਾਂ ਹਰੇਕ ਨੇ ਆ ਕੇ ਉਹ ਐਨਫੀਲਡ ਦੇ ਦੁਆਲੇ ਖੜਨਾ। ਸਮਾਂ ਤੇ ਕਲੱਬ 'ਚ ਵੀ ਜਿਹੜਾ ਉਹ ਮੋਟਰਸਾਈਕਲ ਤਾਂ ਸੀਗਾ ਤਕਰੀਬਨ ਮੈਨੂੰ ਲੱਗਦਾ 8-10 ਹਜ਼ਾਰ ਦਾ ਹੋਊਗਾ ਜਿਹੜਾ ਮੇਰੇ ਕੋਲ ਸੀ। ਜਿਨ੍ਹਾਂ ਨੇ 25-30 ਵੀ ਲਾਇਆ ਸੀ, ਉਹਨਾਂ ਨੇ ਵੀ ਉੱਥੇ ਜਾ ਕੇ ਖੜਨਾ ਜਦੋਂ ਆ ਕੇ, ਹਰੇਕ ਨੇ ਐਨਫੀਲਡ ਦੇ ਕੋਲ। ਕਿਉਂਕਿ ਉਹਦੇ ਨਾਲ ਸਾਡੀਆਂ ਬੜੀਆਂ ਕਹਿ ਲਓ ਕਿ ਪਿਛੋਕੜ ਜੁੜਿਆ ਹੋਇਆ ਆ, ਸਾਡੇ ਕੋਲ ਹੁੰਦੇ ਹੀ ਉਹ ਸੀ। ਉਹ ਵੀ ਕਿਸੇ ਕੋਲ ਹੁੰਦੇ ਸੀ। ਬਿਲਕੁਲ, ਮੇਰੇ ਕੋਲ ਤਾਂ ਨਹੀਂ ਸੀ ਹੁੰਦਾ ਸੀਰੀਅਸਲੀ। ਤੋਂ ਮੇਰੇ ਖਿਆਲ ਜਿਹੜਾ ਚੇਤਕ ਸਕੂਟਰ, ਸ਼ਾਇਦ ਚੇਤਕ ਉਹਦੇ ਤੋਂ ਸ਼ੁਰੂ ਹੋਇਆ। ਹੌਲੀ ਹੌਲੀ ਪਹਿਲਾਂ ਮੋਪਡ ਹੁੰਦੀ ਸੀ ਜਿਹਨੂੰ ਲੂਨਾ ਵੀ ਕਹਿੰਦੇ ਆ, ਤੇ ਹੌਲੀ ਹੌਲੀ ਸਕੂਟਰ, ਮੋਟਰਸਾਈਕਲ, ਰਾਜਦੂਤ, ਹੀਰੋ ਹੋਂਡਾ, ਇਦਾਂ ਦੇ ਤੋਂ ਹੌਲੀ ਹੌਲੀ ਇਨਫੀਲਡ ਜਿਹੜਾ ਬੁਲਟ ਹੈ ਤੇ ਕਿਸੇ ਕੋ ਤਾਈਓ ਬਹੁਤ ਸਾਨੂੰ ਵੱਡੀ ਚੀਜ਼ ਲੱਗਦੀ ਹੁੰਦੀ ਸੀ ਜਿਨ੍ਹਾਂ ਟਾਈਮਾਂ 'ਚ। ਨਾਲੇ ਅਸੀਂ ਆਏ ਆ ਉਦੋਂ ਤਾਂ ਬਿਲਕੁਲ ਹੀ ਅਸੀਂ ਨਾਮ ਵੀ ਨਹੀਂ ਸੀ ਸੁਣੇ ਬਾਕੀ ਮੋਟਰਸਾਈਕਲਾਂ ਦੇ। ਹਾਂਜੀ, ਪਰ ਹੌਲੀ ਹੌਲੀ ਹੁਣ ਤਾਂ ਕਲੱਬ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ ਤੇ ਮੈਂ ਜਾਣਦਾ, ਕਿਸੇ ਨੇ ਉੱਦਾਂ ਸ਼ੌਂਕੀਆ ਜਾ ਕੇ ਘਰ ਖੜਾ ਕੀਤਾ ਹੋਵੇ ਠੀਕ ਆ, ਨਹੀਂ ਤਾਂ ਬੜੇ ਵੱਡੇ ਮੋਟਰਸਾਈਕਲ ਕਲੱਬ ਦੇ ਵਿੱਚ ਹੀ ਤਕਰੀਬਨ ਲੱਖ ਡਾਲਰ ਦੇ ਮੋਟਰਸਾਈਕਲ ਨੇ। ਬਿਲਕੁਲ ਜੀ, ਮੈਂ ਹੈਰਾਨ ਆ। ਮੇਰਾ ਖੁਦ ਦਾ ਬੇਟਾ ਮੋਟਰਸਾਈਕਲ ਦਾ ਸ਼ੌਕੀਨ ਆ, ਔਰ ਮੈਂ ਸੋਚਿਆ ਕਿ ਮੋਟਰਸਾਈਕਲ 10-15-20 ਹਜ਼ਾਰ ਡਾਲਰ ਤੱਕ ਹੋਊਗਾ। ਇਹ ਮੇਰੀ ਸੋਚ ਸੀ। ਜਦੋਂ ਲਾਇਸੈਂਸ ਉਹਨੇ ਲਿਆ ਪਹਿਲੀ ਵਾਰੀ ਸਿੱਖ ਮੋਟਰਸਾਈਕਲ ਦੇ ਨਾਲ ਕੈਨੇਡਾ ਦੀ ਰਾਈਡ ਤੇ ਗਿਆ, ਤੇ ਮੈਂ ਸੋਚਿਆ, ਮੈਂ ਕਿਹਾ 10-20 ਹਜ਼ਾਰ ਦਾ ਹੋਊਗਾ। ਤੇ ਜਦੋਂ ਲੈਣ ਗਿਆ ਕਹਿੰਦੇ 75
70,000 ਦਾ ਮੋਟਰਸਾਈਕਲ ਆ। ਬਹੁਤ ਮਹਿੰਗੇ ਅੱਜ ਤੋਂ ਆਪਾਂ ਜੇ 10 ਕੁ ਸਾਲ ਪਿੱਛੇ ਜਾਈਏ ਤਾਂ ਮੈਂ ਕਿਹਾ 25-50,000 ਹੋਰ ਪਾ ਕੇ ਡਾਊਨ ਦੇ ਕੇ ਘਰ ਲੈ ਲਾ। ਸਹੀ ਗੱਲ, ਬਿਲਕੁਲ। ਪਰ ਹਾਂ ਬਹੁਤ ਮਹਿੰਗੇ ਸ਼ੌਕ ਹੈ ਬੱਚੇ। ਹਾਂ ਪਰ ਉਹ ਕੁਆਲਿਟੀ ਵੀ ਹੈਗੀ ਆ, ਜਾਨੀ ਕਿ ਪਰ ਉਹ ਚੱਲਣ ਵਾਲੇ ਵੀ ਇੱਥੇ ਨੇ ਅੱਜ ਕੱਲ ਤਾਂ। ਚਲੋ ਇੰਡੀਆ ਵੀ ਹਾਰਲੇ ਡੇਵਿਡਸਨ ਜਾਂ ਵਗੈਰਾ ਸਾਰੇ ਨੇ ਮੋਟਰਸਾਈਕਲ। ਅੱਛਾ ਪ੍ਰਭਜੀਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਮੋਟਰਸਾਈਕਲ ਦਾ ਲਾਇਸੈਂਸ ਲਿਆ ਤੁਸੀਂ 2010 ਤੋਂ ਮੋਟਰਸਾਈਕਲ ਕਲੱਬ ਦੇ ਨਾਲ, ਹਾਲੇ ਤੱਕ ਵੀ ਨਾਲ ਹੀ ਹੋ ਕਲੱਬ ਦੇ ਜੀ, ਕਿੰਨੀਆਂ ਕੁ ਰਾਈਡ ਕੀਤੀਆਂ ਤੁਸੀਂ ਕੈਨੇਡਾ ਦੇ ਵਿੱਚ, ਕਿੰਨੀਆਂ ਕੁ ਰਾਈਡਸ ਦੇ ਵਿੱਚ ਹਿੱਸਾ ਲਿਆ? ਮੈਂ ਭੈਣ ਜੀ ਮੈਨੂੰ ਮੋਟਰਸਾਈਕਲ ਤੇ ਜਾਣਾ ਤਾਂ ਪਸੰਦ ਆ ਕਿਉਂਕਿ ਉੱਥੇ ਜਿਹੜਾ ਕਰਾਊਡ ਆ, ਮੇਰੇ ਦੋਸਤ ਨੇ, ਮਿੱਤਰ ਨੇ, ਉਹ ਆਊਟਿੰਗ ਦੇ ਕਰਕੇ। ਅਦਰਵਾਈਜ਼ ਫॉर द ਸੇਕ ਆਫ ਰਾਈਡਿੰਗ ਮੈਨੂੰ ਲੱਗਦਾ ਆਈ ਐਮ ਨਾਟ ਅ ਹਾਰਡਕੋਰ ਰਾਈਡਰ ਸੀਰੀਅਸਲੀ। ਆਈ ਬੀਨ, ਜਿਹੜੀ ਗੱਲ ਸੱਚ ਆ ਨਾ, ਮੈਂ ਐਵੇਂ ਕਹਾਂ ਮੈਂ ਇੱਥੇ ਚਲੇ ਗਿਆ ਉੱਥੇ ਚਲੇ ਗਿਆ। ਅਸੀਂ ਨਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਕੈਨੇਡਾ ਵਿੱਚ ਤੁਸੀਂ ਆਪਣੇ ਬੇਟੇ ਦੀ ਗੱਲ ਕਰਦੇ ਹੋ ਰਾਈਡ ਤੇ, ਮੈਂ ਉਹਦੇ ਵਿੱਚ ਨਹੀਂ ਸੀ ਗਿਆ। ਮੇਰੇ ਦੋਸਤ ਨੇ ਜਿਨ੍ਹਾਂ ਨੇ ਉਹ ਅਰੇਂਜ ਕੀਤੀ, ਮੈਨੇਜ ਕੀਤੀ, ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਆਪਾਂ ਜਾਣਾ ਮੋਟਰਸਾਈਕਲ ਰਾਈਡ ਤੇ। ਤਾਂ ਮੈਨੂੰ ਉਹਨਾਂ ਨੂੰ ਵੀ ਸੀਗਾ ਵੀ ਯਾਰ ਵੀ ਤੁਸੀਂ ਰਹਿਣ ਦਿਓ ਵੀ ਇਟਸ ਡੇਂਜਰਸ ਹੈ ਨਾ, ਇੰਨੇ ਦਿਨ ਜਾਣਾ। ਤਾਂ ਸੋ ਮੈਂ ਉਸ ਰਾਈਡ ਤੇ ਵੀ ਨਹੀਂ ਸੀ ਗਿਆ। ਅਦਰਵਾਈਜ਼ ਅਸੀਂ ਲੋਕਲ ਜਾਂ ਕਿਤੇ ਨਗਰ ਕੀਰਤਨ ਤੇ ਜਾਂ ਵੈਨਕੂਵਰ ਜਾਂ ਆਈਲੈਂਡ ਤੇ ਅਸੀਂ ਪਾਲਦੀ ਨੂੰ ਜਾਂਦੇ ਰਹੇ ਹਾਂ ਕਾਫੀ ਸਾਲ, ਹੁਣ ਵੀ ਜਾਂਦੇ ਹਰੇਕ ਸਾਲ। ਤਾਂ ਜਾਂ ਅਲਬਰਟਾ ਨੂੰ ਚਲੇ ਗਏ, ਜਿੱਦਣ ਅਲਬਰਟਾ ਦਾ ਉਹਨਾਂ ਨੇ ਕਾਨੂੰਨ ਕੀਤਾ ਪਾਸ ਪਈ ਜਿਹੜੇ ਸਿੱਖ ਰਾਈਡਰ ਨੇ ਉਹ ਦਸਤਾਰ ਬੰਨ੍ਹ ਕੇ ਅਲਬਰਟਾ 'ਚ ਜਾ ਸਕਦੇ ਆ। ਪਹਿਲੋਂ BC ਸਾਰਿਆਂ ਤੋਂ ਪਹਿਲੋਂ ਸੀਗਾ, ਜਾਂ ਮੈਨੀਟੋਬਾ, ਇਹ ਸਾਰਿਆਂ ਤੋਂ ਪਹਿਲੋਂ 2 ਸਟੇਟ ਸੀਗੇ ਜਿਨ੍ਹਾਂ ਨੇ ਅਲਾਉ ਕੀਤਾ। ਉਸ ਤੋਂ ਬਾਅਦ ਅਲਬਰਟਾ ਆ ਗਿਆ, ਹੁਣ ਤਾਂ ਅੰਟਾਰੀਓ ਜਾਂ ਅਲਬਰਟਾ ਇਕੱਠੇ ਜਿਹਾ ਆ ਗਿਆ ਤਕਰੀਬਨ। ਹੁਣ 4 ਸਟੇਟ ਨੇ, ਪ੍ਰੋਵਿੰਸ ਨੇ ਕੈਨੇਡਾ ਦੇ ਜਿਨ੍ਹਾਂ ਦੇ ਵਿੱਚ ਅਲਾਉ ਕਰਦੇ। ਪਰ ਹਾਂ ਅਸੀਂ ਆਹ ਜਿਹੜੀਆਂ ਰਾਈਡਾਂ ਜਾਣੀ ਕਿ ਇੱਥੇ ਲੋਕਲ ਇੱਥੇ ਕਿਤੇ ਅਲਬਰਟਾ ਤੇ ਹੀ ਮੈਂ ਗਿਆ ਹਾਂ ਜੀ ਕੈਨੇਡਾ ਦੇ ਵਿੱਚ ਜੀ। ਤੇ ਨਗਰ ਕੀਰਤਨ ਤੇ ਤੁਸੀਂ ਹਮੇਸ਼ਾ ਸ਼ਿਰਕਤ ਕਰਦੇ ਹੋ? ਨਗਰ ਕੀਰਤਨ ਤਾਂ ਮੈਨੂੰ ਲੱਗਦਾ ਕਿ ਉਹ ਤਾਂ ਸ਼ੋਕੇਸਿੰਗ ਹੁੰਦੀ ਨਾ, ਉਹ ਤਾਂ ਅਸੀਂ ਲੋਕੀ ਸਾਨੂੰ ਦੇਖਣ ਆਉਂਦੇ ਨੇ ਤਾਂ ਵੀ ਮੋਟਰਸਾਈਕਲ ਦੇਖਣ ਆਉਂਦੇ ਨੇ। ਉਹ ਤਾਂ ਹਰੇਕ ਪੰਜਾਬੀ ਤਕਰੀਬਨ ਆਉਂਦਾ ਨਗਰ ਕੀਰਤਨ 'ਚ ਨਾ, ਤਾਂ ਉਹਨਾਂ ਨੂੰ ਹੁੰਦਾ ਵੀ ਮੋਟਰਸਾਈਕਲ ਵਾਲੇ ਜ਼ਰੂਰ ਆਏ ਹੋਣੇ ਆ। ਤਾਂ ਸਾਨੂੰ ਵੀ ਹੁੰਦਾ ਵੀ ਮੋਟਰਸਾਈਕਲ ਸ਼ਿੰਗਾਰ ਕੇ ਲੈ ਕੇ ਜਾਈਏ ਮਹਾਰਾਜ ਦੀ। ਜਾਣੀ ਕਿ ਬਹੁਤ ਘੱਟ ਲੋਕਾਂ ਨੂੰ ਇਹ ਮਿਲਦੀ ਆ ਆਗਿਆ ਕਿ ਤੁਸੀਂ ਮਹਾਰਾਜ ਦੀ ਅਗਵਾਈ ਦੇ ਵਿੱਚ ਚੱਲ ਰਹੇ ਹੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ। ਇਹ ਵੀ ਇੱਕ ਬੜੀ ਵੱਡੀ ਗੱਲ ਆ ਕਿ ਦਸਤਾਰਧਾਰੀ ਹੋ ਕੇ ਤੁਸੀਂ ਅਗਵਾਈ ਕਰ ਰਹੇ ਨਗਰ ਕੀਰਤਨ ਦੀ, 5 ਪਿਆਰਿਆਂ ਤੋਂ ਅੱਗੇ ਚੱਲ ਰਹੇ ਹੈਗੇ ਮਰਿਆਦਾ ਦੇ ਵਿੱਚ ਰਹਿ ਕੇ। ਔਰ ਬੜਾ ਚੰਗਾ ਲੱਗਦਾ ਕਿਉਂਕਿ ਅਸੀਂ ਵੀ ਕਵਰੇਜ ਨਗਰ ਕੀਰਤਨ ਦੀ ਹਮੇਸ਼ਾ ਕਰਦੇ ਆ। ਸੋ ਅਸੀਂ ਤੁਹਾਡੇ ਤੋਂ ਵੀ ਅੱਗੇ ਅਗਵਾਈ ਕਰੀਦੀ ਹੈ ਤੁਹਾਨੂੰ ਕੈਮਰੇ ਤੇ ਕੈਪਚਰ ਕਰਨ ਦੇ ਲਈ। ਸੋ ਬੜੀ ਚੰਗੀ ਗੱਲ ਆ, ਚੰਗਾ ਲੱਗਦਾ। ਤੇ ਜਦੋਂ ਅਸੀਂ ਗੱਲ ਕਰਦੇ ਆ ਰਾਈਡ ਦੀ, ਹੁਣ ਤੁਸੀਂ ਛੋਟੀਆਂ ਰਾਈਡਸ ਤੇ ਜਾਂਦੇ ਰਹਿੰਦੇ ਆ, ਜਾਂ ਨਗਰ ਕੀਰਤਨ ਲਾ ਲਓ, ਜਾਂ ਵੈਸੇ ਕਿਤੇ ਇਕੱਠੇ ਹੋ ਕੇ ਤੁਹਾਡੇ ਗਰੁੱਪ ਨੇ ਜਾਣਾ ਆ, ਇੱਕ ਗੈਟ ਟੂਗੈਦਰ ਹੋ ਜਾਂਦੀ ਆ, ਮਿਲ ਗਿਲ ਹੋ ਜਾਂਦਾ, ਦੋਸਤ ਮਿੱਤਰ ਆ ਸਾਰੇ ਤੁਹਾਡੇ ਜੀ। ਅਸੀਂ ਕਹਿੰਦੇ ਤੇ ਹਾਂ ਕਿ ਜਿਹੜੀ ਹੁਣ ਨਵੀਂ ਪਨੀਰੀ ਹੈ, ਜਿਹੜੇ ਨਵੇਂ ਮੁੰਡੇ ਉੱਠ ਰਹੇ ਆ, ਮੋਟਰਸਾਈਕਲ ਲੈ ਰਹੇ ਹੈਗੇ ਆ, ਜਾਂ ਕਹਿ ਲਓ ਕਿ ਲਾਇਸੈਂਸ ਲੈ ਰਹੇ ਹੈਗੇ ਜਾਂ ਚਲਾ ਰਹੇ ਹੈਗੇ ਆ, ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਕਿ ਉਹਨਾਂ ਨੇ ਗਰੁੱਪ ਵੀ 1-2 ਹੋਰ ਬਣ ਚੁੱਕੇ ਆ। ਪਰ ਮੈਨੂੰ ਲੱਗਦਾ ਕਿ ਬੱਚਿਆਂ ਦੇ ਵਿੱਚ ਕਾਹਲੀ ਬਹੁਤ ਆ, ਕਿਉਂਕਿ ਪਿੱਛੇ ਜਿਹਾ ਕੁਛ ਅਸੀਂ ਦੇਖਿਆ ਬੱਚਿਆਂ ਦੀਆਂ ਕਾਫੀ ਜੰਗ ਮੋਟਰਸਾਈਕਲ ਦੇ ਵਿੱਚ ਡੈਥ ਵੀ ਹੋਈਆਂ ਹੈਗੀਆਂ। ਔਰ ਸਾਡੇ ਆਪਣੇ ਇੱਕ ਨੌਨ ਦੇ ਪਰਿਵਾਰ ਦੇ ਵਿੱਚ ਬੱਚੇ ਦੀ ਡੈਥ ਹੋਈ ਆ, ਕਿਉਂਕਿ ਕਾਰਾਂ ਵਾਲੇ ਹੱਲੇ ਇੰਨੇ, ਜਿੱਦਾਂ ਤੁਸੀਂ ਦੱਸਿਆ ਕਿ ਅਵੇਅਰਨੈਸ ਉਹਨਾਂ ਕੋਲ ਹੈ ਨਹੀਂ ਗੀ। ਔਰ ਉਹਨਾਂ ਕੋਲ ਅਵੇਅਰਨੈਸ ਹੈ ਨਹੀਂ ਗੀ, ਸੋ ਮੋਟਰਸਾਈਕਲ ਆਪਣਾ ਆਪ ਹੀ ਬਚਾ ਕਰ ਰਹੇ ਆ। ਜਦੋਂ ਇਕੱਲੇ ਰਾਈਡ ਲਈ ਨਿਕਲਦੇ ਆ ਉਹ ਮੋਰ ਡੇਂਜਰਸ ਹੈ ਨਾ ਜੀ। ਬੱਚਾ ਇੱਕ ਤਾਂ ਇੱਕੋ ਏਜ ਉਦਾਂ ਦੀ ਆ ਨਾ, ਤੁਸੀਂ ਅਗਰੈਸਿਵ ਹੋ ਤਾਂ ਤੁਸੀਂ 2 ਵੀਲਰ ਤੇ ਹੋ, ਵਿਚ ਮੇਕਸ ਇਟ ਈਵਨ ਮੋਰ ਡੇਂਜਰਸ। ਰਿਸਪੌਂਸਿਬਲ ਤੁਸੀਂ ਘੱਟ ਹੋ, ਤੁਸੀਂ ਸੋਚਦੇ ਨਹੀਂਗੇ। ਇੱਕ ਤੁਸੀਂ ਮੋਸਟਲੀ ਸਪੋਰਟਸ ਮੋਟਰਸਾਈਕਲ ਤੇ ਹੋ, ਬੱਚੇ ਸਪੋਰਟਸ ਮੋਟਰਸਾਈਕਲ ਜ਼ਿਆਦਾ ਲਾਈਕ ਕਰਦੇ ਨੇ। ਜਿੱਦਾਂ ਹੁਣ ਕਲੱਬ ਦੇ ਅਸੀਂ ਮੈਂਬਰ ਹਾਂ, ਤਕਰੀਬਨ 125 ਮੈਂਬਰ ਹਾਂ ਰੈਗੂਲਰ। ਤਾਂ ਮੈਨੂੰ ਲੱਗਦਾ 1 ਜਾਂ 2 ਸਪੋਰਟਸ ਮੋਟਰਸਾਈਕਲ ਹੋਣਗੇ, ਨਹੀਂ ਤਾਂ ਸਾਰੇ ਕਰੂਜ਼ਰ ਨੇ, ਹੈ ਨਾ। ਤਾਂ ਤੁਸੀਂ ਜਦੋਂ ਗਰੁੱਪ ਵਿੱਚ ਰਾਈਡ ਕਰਦੇ ਹੋ, ਤੁਸੀਂ ਜਾਨੀ ਕਿ ਉਹਨਾਂ ਦੇ ਨਾਲ ਹੀ ਰਾਈਡ ਕਰਦੇ ਹੋ, ਤੁਸੀਂ ਸੇਫ ਜਾਂਦੇ ਹੋ। ਜਿਹੜਾ ਕਰੂਜ਼ਰ ਤੁਸੀਂ ਦੱਸਿਆ ਜਾਂ ਸਪੋਰਟਸ ਆ, ਕਾਫੀ ਡਿਫਰੈਂਸ ਆ, ਮੈਨੂੰ ਪਤਾ ਨਹੀਂ ਬਾਲਾ ਮੋਟਰਸਾਈਕਲ ਮੋਸਟਲੀ ਜਿਹੜੇ ਰੇਸਰ ਨੇ ਜਾਂ ਸਪੋਰਟਸ ਬਾਈਕ ਨੇ ਉਹ ਬੜੇ ਲੀਨ ਜਿਹਾ ਹੋ ਕੇ ਮੂਹਰੇ ਹੀ ਉਹ ਡਿੱਗਿਆ ਜਿਹਾ ਹੁੰਦੇ ਆ, 3/4 ਬੰਦਾ ਡਿੱਗਿਆ ਹੀ ਹੁੰਦਾ ਪਹਿਲਾਂ ਹੀ। ਅੱਛਾ, ਜਿਹੜੇ ਉਹ ਠੀਕ ਹੈ ਜੀ। ਸੋ ਜਿਹੜੇ ਕਰੂਜ਼ਰ ਨੇ, ਉਹ ਜਿਹੜੇ ਅਪਰਾਈਟ ਸਟ੍ਰੇਟ ਬਹਿ ਕੇ ਤੁਸੀਂ ਚਲਾਉਂਦੇ ਹੋ, ਉਹ ਕਰੂਜ਼ਰ ਨੇ। ਹਾਂਜੀ, ਉਹਨਾਂ ਦੀ ਟੋਰਕ ਦਾ ਵੀ ਫਰਕ ਆ। ਸਪੋਰਟਸ ਮੋਟਰਸਾਈਕਲ ਓਬਵੀਅਸਲੀ ਰੇਸਿੰਗ ਲਈ ਬਣਿਆ, ਜ਼ਿਆਦਾ ਟੋਰਕ ਆ, ਤੁਸੀਂ ਜ਼ਿਆਦਾ ਪਿਕਅਪ ਆ, ਉਹਦੇ ਕਰਕੇ ਜਾਣੀ ਕਿ ਵੀ ਜ਼ਿਆਦਾ। ਤੇ ਪ੍ਰਭਜੀਤ ਜੀ, ਬਹੁਤ ਲੋਕ
ਦੋ ਜਾਣੇ ਘੱਟ ਮੋਟਰਸਾਈਕਲ ਰਾਈਡ ਕਰਦੇ ਆ, ਸਿੰਗਲ ਹੀ ਬੰਦਾ ਜ਼ਿਆਦਾ ਰਾਈਡ ਕਰਦਾ। ਪਰ ਹੁਣ ਮੈਂ ਪਿਛਲੇ ਥੋੜੇ ਕੁ ਸਮੇਂ ਤੋਂ ਦੇਖ ਰਹੀ ਆ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੇ ਬੁਲਟ ਰੱਖੇ ਹੋਏ ਆ, ਜਿਹੜੇ ਇਨਫੀਲਡ ਮੰਗਾਏ ਹੋਏ ਆ ਜਾਂ ਬਾਏ ਕੀਤੇ ਹੋਏ ਇੱਥੋਂ, ਬੱਚੇ ਦਸਤਾਰਾਂ ਬੰਨ੍ਹ ਕੇ ਦੋ ਦੋ ਜਾਣੇ ਬੈਠ ਕੇ ਚਲਾ ਰਹੇ ਜਾਂ ਤਿੰਨ ਤਿੰਨ ਜਾਣੇ ਵੀ ਬੈਠ ਕੇ ਚਲਾ ਰਹੇ। ਨੇਬਰਹੁੱਡ 'ਚ ਵੀ ਹੋ ਰਿਹਾ, ਲਾਗੇ ਲਾਗੇ ਵੀ ਹੋ ਰਿਹਾ। ਸੋ ਇਹ ਅਨਸੇਫ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਦੋ ਜਣੇ ਮੁੰਡੇ ਬਹਿ ਕੇ ਚਲਾਉਣ ਦਾ ਨਾ, ਆਪਾਂ ਜਦੋਂ ਸਾਰੇ ਜਣੇ ਪੰਜਾਬ ਤੋਂ ਆਉਂਦੇ ਆ, ਆਪਾਂ ਕੁੜੀਆਂ ਵੀ ਮੁੰਡੇ ਵੀ ਉੱਥੇ ਇੱਕ ਦੂਜੇ ਦਾ ਹੱਥ ਫੜ ਕੇ ਤੁਰੇ ਰਹਿੰਦੇ ਕਾਲਜ ਨੂੰ ਵੀ, ਇੱਕ ਦੂਜੇ ਦੇ ਗਲ ਦੇ ਉੱਤੇ ਬਾਂਹ ਪਾ ਕੇ, ਹਨਾ। ਉਹ ਹੋਰ ਮੈਨੂੰ ਲੱਗਦਾ ਸੁਸਾਇਟੀ ਆ ਉੱਥੇ, ਜਾਣੀ ਕਿ ਉਹ ਬੜਾ ਇਟਸ ਵੈਰੀ ਨੈਚੁਰਲ। ਪਰ ਇੱਥੇ ਇਟਸ ਗॉट ਅ ਰੋਂਗ ਮੀਨਿੰਗ ਟੂ ਇਟ। ਸੋ ਇੱਕ ਤਾਂ ਉਦਾਂ ਵੀ ਜਦੋਂ ਮੋਟਰਸਾਈਕਲ ਤੇ ਦੋ ਮੁੰਡੇ, ਇੱਥੇ ਦੋ ਜਣੇ ਉਦੋਂ ਹੀ ਬਹਿੰਦੇ ਨੇ, ਜਾਂ ਤਾਂ ਕਿਸੇ ਦੀ ਵਾਈਫ ਆ ਦਾ ਨਾਲ ਜਾ ਰਹੀ, ਕਿਸੇ ਦੀ ਗਰਲਫ੍ਰੈਂਡ ਆ, ਹਨਾ, ਤਾਂ ਆ। ਦੋ ਕੁੜੀਆਂ ਵੀ ਬਹੁਤ ਘੱਟ ਬਹਿ ਕੇ ਜਾਂਦੀਆਂ, ਤਾਂ ਮੁੰਡੇ ਵੀ ਜਾਣੀ ਕਿ ਉਹ ਬੜਾ ਆਪਣੇ ਆਪ, ਉਹ ਦੇਖਣ ਨੂੰ ਇਸ ਸੁਸਾਇਟੀ 'ਚ ਰਹਿੰਦਿਆਂ ਨੂੰ ਇੰਨਾ ਚਿਰ ਹੋ ਗਿਆ, ਉਹ ਆਪਣੇ ਆਪ ਨੂੰ ਦੇਖਣ ਨੂੰ ਵੀ ਬੜਾ ਔਕਵਰਡ ਜਿਹਾ ਲੱਗਦਾ, ਹਨਾ। ਜੇ ਕੋਈ ਕਵੇ ਵੀ ਮੈਂ ਬਹਿ ਜਾਵਾਂ ਤਾਂ ਇਹ ਜਾਣੀ ਕਿ ਹੁੰਦਾ ਵੀ ਨਹੀਂ ਯਾਰ ਭਈ ਤੂੰ ਰਹਿਣ ਦੇ, ਹਨਾ, ਵਿੱਚ ਤੂੰ ਚਲਾ ਲੈ, ਮੈਂ ਤੁਰ ਕੇ ਆ ਜਾਂਦਾ, ਹਨਾ। ਸੋ ਹਾਂ, ਅਨਸੇਫ ਦੋ ਜਣਿਆਂ ਦੇ ਬਹਿਣ ਦੇ ਕਰਕੇ ਨਹੀਂ ਹੋ। ਪਰ ਉਹ ਜਦੋਂ ਏਜ ਆ ਉੱਦਾਂ ਦੀ, ਜਦੋਂ ਆਪਾਂ ਉੱਥੋਂ ਆਨੇ ਪੰਜਾਬ ਤੋਂ, ਕਈ ਚੀਜ਼ਾਂ ਆਪਾਂ ਫੋਲੋ ਨਹੀਂ ਕਰਦੇ ਜਿਨ੍ਹਾਂ ਦਾ ਇੱਥੇ ਬਹੁਤ ਵੱਡਾ ਮਤਲਬ ਆ। ਸੇਫਟੀ ਤਾਂ ਫੋਰ ਸ਼ੋਰ, ਕਿਉਂਕਿ ਫਨ ਤਾਂ ਤੁਹਾਨੂੰ ਤੇਜ਼ ਨਠਾਇਆ ਤੇ ਤਾਂ ਸਾਡੇ ਇੱਕ ਹੁੰਦਾ ਸੀ ਮੁੰਡਾ, ਉਹਨੇ ਕਹਿਣਾ ਵੀ ਜਦੋਂ ਤੇਜ਼ ਤੁਸੀਂ ਕਿਸੇ ਦੇ ਕੋਲ ਦੀ ਲੰਘਦੇ ਆ ਨਾ ਤਾਂ ਉਹਨੂੰ ਦਿਸਦਾ ਹੀ ਆ, ਤੁਸੀਂ ਦਿਖਾਲਣ ਲਈ ਤੇਜ਼ ਕਰਦੇ ਆ, ਤਾਂ ਕਹਿੰਦਾ ਜੇ ਡਿੱਗ ਪਿਆ ਫਿਰ ਸਾਰਿਆਂ ਨੂੰ ਦਿਸਦਾ। ਸੋ ਜਿੱਦਾਂ ਤੁਸੀਂ ਦਿਖਾ ਲੈਣਾ ਚਾਹੁੰਦੇ ਉਦਾਂ ਦਿਸਣਾ ਨਹੀਂ, ਜਿੱਦਾਂ ਤੁਸੀਂ ਦਿਸਣਾ ਤੁਸੀਂ ਚਾਹੁੰਦੇ ਨਹੀਂ ਸਾਨੂੰ ਕੋਈ ਦਿਸੇ, ਦੇਖੇ ਉਸ ਤਰੀਕੇ ਨਾਲ। ਅੱਛਾ, ਹੁਣ ਪਿਛਲੇ ਥੋੜੇ ਕੁ ਸਮੇਂ ਤੋਂ ਇੱਕ ਮੈਂ ਨਵਾਂ ਟ੍ਰੈਂਡ ਵੀ ਦੇਖਿਆ, ਜਿਹੜੇ ਆਰਟਿਸਟ ਆਉਂਦੇ ਇੰਡੀਆ ਤੋਂ, ਸਿੰਗਰ ਆਉਂਦੇ ਆ ਜਾਂ ਮੂਵੀਆਂ ਵਾਲੇ ਆਉਂਦੇ, ਉਹ ਵੀ ਚਾਹੁੰਦੇ ਆ ਕਿ ਸਿੱਖ ਜਿਹੜੇ ਨੌਜਵਾਨ ਆ ਉਹ ਮੋਟਰਸਾਈਕਲ ਲੈ ਕੇ ਸਾਡੀ ਮੂਵੀ 'ਚ ਆਉਣ ਜਾਂ ਸਾਡੇ ਗਾਣੇ 'ਚ ਆਉਣ। ਇੰਜ ਵੀ ਕਦੇ ਗਏ ਕਿਸੇ ਗਾਣੇ ਤੇ ਜਾਂ ਕਿਸੇ ਮੂਵੀ 'ਚ? ਇੱਥੇ ਲੋਕਲ ਵੀ ਜਿੰਨੇ ਸਾਡੇ ਮਿਊਜ਼ਿਕ ਪ੍ਰੋਡਿਊਸਰ ਨੇ ਨਾ, ਉਹ ਕਰਦੇ ਰਹਿੰਦੇ। ਅਸੀਂ ਵੀ, ਮੈਂ ਨਾਂ ਨਹੀਂ ਲਵਾਂਗਾ, ਇੱਥੇ ਵੀ ਬੰਦੇ ਜਾਣੀ ਕਿ ਇੱਥੇ ਮੈਨੂੰ ਲੱਗਦਾ ਟੌਪ ਮੋਸਟ ਜਿਹੜੇ ਵੀਡੀਓ ਪ੍ਰੋਡਿਊਸਰ ਨੇ ਆਪਣੇ ਲੋਅਰ ਮੇਨਲੈਂਡ 'ਚ, ਜਿਹਨਾਂ ਦੀਆਂ ਵੀਡੀਓਜ਼ ਇੰਟਰਨੈਸ਼ਨਲੀ ਦੇਖੀਆਂ ਜਾਂਦੀਆਂ। ਸੋ ਐਜ਼ ਅ ਫਰੈਂਡ ਕਈ ਵਾਰੀ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਂਦਾ, ਤਾਂ ਪਰ ਅਸੀਂ ਟਰਾਈ ਕਰੀਦੀ ਆ ਕਿ ਨਾ ਜਾਇਆ ਜਾਵੇ। ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਕਿ ਮਿਊਜ਼ਿਕ ਜਾਣੀ ਕਿ ਵੀਡੀਓ ਉਹਦੇ ਲਿਰਿਕਸ ਕੀ ਨੇ, ਕਿਉਂਕਿ ਅਸੀਂ ਆਪਣੇ ਆਪ ਨੂੰ ਸਾਰੇ ਜਾਣੀ ਕਿ ਇੱਥੇ ਲੋਕ ਜਿੱਦਾਂ ਤੁਹਾਨੂੰ ਜਾਣਦੇ ਨੇ, ਸੋ ਇੰਡੀਵਿਜੂਅਲੀ ਤਾਂ ਮੈਨੂੰ ਕੋਈ ਸ਼ਾਇਦ ਨਾ ਜਾਣਦਾ ਹੋਊਗਾ, ਪਰ ਸਿੱਖ ਮੋਟਰਸਾਈਕਲ ਕਲੱਬ ਏਡੀ ਵੱਡੀ ਚੀਜ਼ ਆ ਕਿ ਅਸੀਂ ਚਾਹੁੰਦੇ ਨਹੀਂ ਕਿ ਜੇ ਅਸੀਂ ਇਮੇਜ ਉਹਦੀ ਠੀਕ ਨਹੀਂ ਕਰ ਸਕਦੇ ਤਾਂ ਟਾਰਨਿਸ਼ ਨਾ ਕਰੀਏ। ਸੋ ਆਈ ਮੀਨ ਟਰਾਈ ਕਰੀਦੀ ਆ ਰਿਸਪੌਂਸਿਬਲ ਹੋਣ ਦੀ। ਹਾਂਜੀ, ਇਟਸ ਵੈਰੀ ਨਾਈਸ। ਹੁਣ ਜਦੋਂ ਅਸੀਂ ਗੱਲ ਕਰਦੇ ਆ ਰਾਈਡ ਦੀ, ਤੇ ਹੁਣ ਤੁਹਾਡੀ ਕਿਤਾਬ ਤੇ ਆਉਂਦੇ ਆ, ਅਸੀਂ ਬੜੀ ਸੋਹਣੀ ਕਵਰ ਆ ਇਹਦਾ, ਬਹੁਤ ਸੋਹਣਾ ਆ, ਮੈਂ ਕਵਰ ਵੀ ਦੇਖ ਰਹੀ ਸੀਗੀ। ਸੋ ਥੋੜਾ ਜਿਹਾ ਇਸ ਕਿਤਾਬ ਬਾਰੇ ਦੱਸੋ ਸਾਨੂੰ। ਹੈਡਿੰਗ ਹੋਮ ਜੀ, ਇਹ ਕਿਤਾਬ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਈ, ਕਿਵੇਂ ਲਿਖੀ, ਕਿਹੜੀ ਗੱਲ ਤੋਂ ਇਨਸਪਾਇਰ ਹੋ ਕੇ ਤੁਸੀਂ ਇਹ ਕਿਤਾਬ ਲਿਖੀ? ਜਿੱਦਾਂ ਆਪਾਂ ਕੈਨੇਡਾ ਰਾਈਡ ਦੀ ਗੱਲ ਕੀਤੀ ਪਹਿਲਾਂ, ਜੇ ਤੇ ਤੁਸੀਂ ਦੱਸਿਆ ਕਿ ਤੁਹਾਡਾ ਬੇਟਾ ਗਿਆ ਸੀਗਾ, ਮੈਂ ਉਸ ਰਾਈਡ ਉੱਤੇ ਤਕਰੀਬਨ 13 ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਗਏ ਸੀਗੇ ਜੀ। ਤਾਂ ਇਹਦੇ ਵਿੱਚੋਂ ਇੱਕ ਮੁੰਡਾ ਜਿਹੜਾ ਗਿਆ ਸੀ, ਉਹਦਾ ਮੈਨੂੰ ਫੋਨ ਆਉਂਦਾ ਇੱਕ ਦਿਨ ਸੰਡੇ ਨੂੰ, ਤਾਂ ਮੈਨੂੰ ਕਹਿੰਦਾ ਭਾਜੀ ਭਈ ਆਪਾਂ ਇੰਡੀਆ ਨੂੰ ਜਾਣਾ ਰਾਈਡ ਕਰਨ। ਮੈਨੂੰ ਯਾਦ ਹੈ ਜੀ, ਅਸੀਂ ਕੈਮਰਾ ਲੈ ਕੇ ਤੁਹਾਨੂੰ ਤੋਰਨ ਗਏ ਸੀ। ਜੀ ਜੀ, ਅਸੀਂ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਤੁਹਾਨੂੰ ਤੋਰ ਕੇ ਆਏ ਸੀ ਅਸੀਂ। ਸਹੀ ਗੱਲ ਜੀ। ਤਾਂ ਉਹਦਾ ਮੈਨੂੰ ਫੋਨ ਆਉਂਦਾ, ਤਾਂ ਮੁੰਡਿਆਂ ਦਾ ਮਨਦੀਪ ਸਿੰਘ ਜੰਟਾ ਅਸੀਂ ਕਹਿੰਦੇ ਹਾਂ ਜੀ। ਹਾਂਜੀ, ਮੈਂ ਕਿਹਾ ਜੰਟੇ ਮੇਰੀ ਗੱਲ ਸੁਣ, ਘਰ ਆ ਜਾਓ, ਤਾਂ ਰੱਬ ਦਾ ਸ਼ੁਕਰ ਕਰੋ ਵੀ ਠੀਕ ਠਾਕ ਘਰ ਪਹੁੰਚ ਜਾਓ, ਨਿਆਣੇ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਉਹਨੂੰ ਜਾਣੀ ਕਿ ਉਹ ਛੋਟਾ ਭਰਾ, ਜਾਣੀ ਕਿ ਮੇਰੇ ਤੋਂ ਛੋਟਾ, ਤਾਂ ਸਾਡਾ ਉਹ ਫਰੈਂਡਸ਼ਿਪ ਤੌਰ ਦੇ ਉੱਤੇ ਉਦਾਂ ਕਿ ਉਸ ਲੈਵਲ ਤੇ ਸਾਡੀ ਗੱਲਬਾਤ ਹੈ। ਤਾਂ ਉਹ ਕਹਿੰਦਾ ਠੀਕ ਹੈ ਜੀ। ਉਹ ਇੱਥੇ ਜਿੱਦਣ ਆਏ ਤਾਂ ਮਾਊਂਟਨ ਵਿਊ ਮੋਟਰਸਾਈਕਲ ਵਾਲੇ ਡੀਲਰਸ਼ਿਪ ਆ ਚਿਲਵੈਕ, ਅਸੀਂ ਰਿਸੀਵ ਕਰਨ ਗਏ ਵੀ ਸਾਡੇ ਭਰਾ ਵੀ ਠੀਕ ਠਾਕ ਘਰ ਵਾਪਸ ਆ ਗਏ ਜੀ। ਉਹ ਮੈਨੂੰ ਜੱਫੀ ਪਾ ਕੇ ਮਿਲਿਆ, ਤਾਂ ਮੈਨੂੰ ਕਹਿੰਦਾ ਭਾਜੀ ਵੀ ਆਪਾਂ ਪੰਜਾਬ ਨੂੰ ਜਾਣਾ ਰਾਈਡ ਤੇ। ਮੈਂ ਕਿਹਾ ਜੰਟੇ ਮੈਂ ਤੈਨੂੰ ਫੋਨ ਤੇ ਵੀ ਕਿਹਾ ਸੀ ਵੀ ਮੇਰਾ ਵੀਰ ਵੀ ਦਿਸ ਇਜ਼ ਨਾਟ ਪੋਸੀਬਲ, ਹਨਾ, ਵੀ ਇਦਾਂ ਹੋ ਨਹੀਂ ਸਕਦੀ, ਤਾਂ ਆਪਾਂ ਕਰਨਾ ਨਹੀਂ। ਉਹਨੂੰ ਫੇਰ ਜਾਣੀ ਕਿ ਲੱਗਾ ਵੀ ਜਾਣੀ ਕਿ ਮੈਂ ਵੀ ਉਹਦੇ ਦਿਲੋਂ ਸੀਗੀ ਉਹ ਗੱਲ, ਪਰ ਉਹ ਕਿਤੇ ਜਾਣੀ ਕਿਤੇ ਨਾ ਕਿਤੇ ਮੈਂ ਵੀ ਉੱਥੇ ਗੱਲ ਨੂੰ ਭੁੱਲ ਗਿਆ। ਤਾਂ ਮੈਂ ਕੰਮ ਕਰਦਾ, ਮੈਂ ਆਫਿਸ 'ਚ ਕੰਮ ਕਰਦਾ,
ਤਾਂ ਮੈਂ ਕੰਮ ਤੇ ਬੈਠਾ ਤਾਂ ਮੇਰੇ ਉਹ ਇੱਕ ਬੀਜ ਨਹੀਂ, ਕਈ ਵਾਰੀ ਕੋਈ ਬੀਜ ਹੋ ਜਾਂਦਾ ਤੁਹਾਡੇ ਦਿਮਾਗ ਦੇ ਵਿੱਚ, ਤਾਂ ਉਹਨੇ ਗੱਲ ਕਰ ਲਈ ਸੀ 2 ਵਾਰੀ। ਮੈਂ ਵੈਸੇ ਹੀ ਮੈਪ ਖੋਲਿਆ, ਮੈਂ ਕਿਹਾ ਦੇਖਿਆ ਵੀ ਇਜ਼ ਇਟ ਪੋਸੀਬਲ, ਵੀ ਕਿੰਨੀ ਕੁ ਦੂਰ ਆ, ਵੀ ਕਿੰਨੀ ਦੂਰ ਆ, ਵੀ ਇਹ ਪੋਸੀਬਲ ਵੀ ਹੈਗਾ ਆ, ਜਾਣੀ ਕਿ ਰੀਅਲੀ ਹੋ ਸਕਦਾ। ਜਦੋਂ ਮੈਂ ਮੈਪ ਖੋਲ ਕੇ ਦੇਖ ਰਿਹਾ ਤਾਂ ਮੈਂ 5 ਮਿੰਟ ਲਾਏ, ਮੈਂ ਕਿਹਾ ਭਈ ਨਹੀਂ, ਭਈ ਇਟਸ ਅ ਸਟੂਪਿਡ ਆਈਡੀਆ, ਹਨਾ, ਭਈ ਨਹੀਂ, ਮੈਂ ਛੱਡ ਦਿੱਤਾ ਉਹ। ਤਾਂ ਮੈਂ ਉਸ ਤੋਂ ਬਾਅਦ ਮਹੀਨੇ ਕੁ ਬਾਅਦ ਫੇਰ ਉਹ, ਜਾਣੀ ਕਿ ਇੱਕ ਤਾਂ ਤੁਸੀਂ ਮੋਟਰਸਾਈਕਲਿਸਟ ਹੋ, ਹਨਾ, ਤਾਂ ਇੱਕ ਪੰਜਾਬੀ, ਉੱਤੋਂ ਸਿੱਖ, ਤਾਂ ਉਹ ਜਾਣੀ ਕਿ ਉਹ ਤੁਹਾਡੇ ਦਿਮਾਗ 'ਚ ਜਿਹੜੀ ਗੱਲ ਅੜ ਜਾਂਦੀ ਹੈ, ਜਾਨੀ ਉਹਨੇ 2 ਵਾਰੀ ਕਿਹਾ ਤੇ ਉਹ ਗੱਲ ਤੁਹਾਡੇ ਜ਼ਿਹਨ 'ਚ ਘੁੰਮ ਰਹੀ ਸੀ। ਹਾਂ। ਤਾਂ ਮੈਂ ਉਦਾਂ ਵੀ ਮੋਟਰਸਾਈਕਲ ਕਲੱਬ ਦੇ ਕੋਈ ਇਵੈਂਟਸ, ਦਸਤਾਰ ਕੰਪੀਟੀਸ਼ਨ ਜਾਂ ਕੁਝ ਵੀ, ਮੈਨੂੰ ਆਪ ਨੂੰ ਵੀ ਹੁੰਦਾ ਕਿ ਅਸੀਂ ਐਡਾ ਵੱਡਾ ਸਾਡੇ ਕਲੱਬ ਦਾ ਨਾਂ, ਤਾਂ ਵਧੀਆ ਤਰੀਕੇ ਨਾਲ ਕੁਝ ਮੈਨੇਜ ਕੀਤਾ ਜਾਵੇ। ਉਹਨੇ ਵੀ ਇਸ ਤਰੀਕੇ ਨਾਲ ਕਿਹਾ ਸੀ ਕਿ ਜੇ ਇਹਨੇ ਕੀਤਾ ਤਾਂ ਠੀਕ ਕਰੂਗਾ, ਹਨਾ। ਤਾਂ ਮੈਂ 2 ਮਹੀਨੇ ਕੁ ਬਾਅਦ ਮੈਂ ਫੇਰ ਦੇਖਿਆ ਜੀ, ਮੈਂ ਮੈਪ ਫੇਰ ਖੋਲਿਆ, ਹਨਾ। ਮੈਪ ਤਾਂ ਖੁੱਲਾ ਹੀ ਰਹਿੰਦਾ ਕਿਉਂਕਿ ਅਸੀਂ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਆ, ਤਾਂ ਉਹ ਮੈਪ ਖੁੱਲਾ ਰਹਿੰਦਾ। ਮੈਂ ਜਾਣੀ ਕਿ ਉਹਨੂੰ ਕਰ ਲਿਆ, ਜਾਣੀ ਕਿ ਜ਼ੂਮ ਆਊਟ ਕਰ ਲਿਆ ਵੀ ਦੇਖਾਂ ਵੀ ਕਿੰਨੀ ਕੁ ਦੂਰ ਆ ਪੰਜਾਬ, ਹਨਾ। ਮੈਂ ਦੇਖ ਦੂਖ ਕੇ ਤਾਂ ਮੈਂ ਇੱਥੇ ਟਰਾਈ ਕੀਤੀ ਵੀ ਮੋਟਰਸਾਈਕਲ ਕਿੱਦਾਂ ਜਾਣਗੇ ਪਾਣੀ ਦੇ ਦੂਜੇ ਪਾਸੇ, ਤੇ ਵੀ ਓਸ਼ੀਅਨ, ਪੈਸੀਫਿਕ ਓਸ਼ੀਅਨ ਦੇ ਅਸੀਂ ਇੱਧਰ ਆ, ਤਾਂ ਦੂਜੇ ਪਾਸੇ ਕਿੱਦਾਂ ਲੈ ਕੇ ਜਾਣੇ। ਮੈਂ ਕਰੂਜ਼ ਸ਼ਿਪ ਨੂੰ ਕੀਤੀ ਕਾਲ, ਤਾਂ ਮੈਂ ਕਿਹਾ ਵੀ ਅਸੀਂ ਇੱਦਾਂ ਸੋਚਦੇ ਹਾਂ ਵੀ ਮੋਟਰਸਾਈਕਲ ਲੈ ਕੇ ਜਾਣੇ ਆ। ਉਹ ਕਹਿੰਦੇ ਵੀ ਮੋਟਰਸਾਈਕਲ ਤਾਂ ਨਹੀਂ ਅਸੀਂ ਲਿਜਾਣ ਦਿੰਦੇ, ਇਟਸ ਕੰਸੀਡਰਡ ਐਜ਼ ਅ ਡੇਂਜਰਸ ਗੁੱਡਸ, ਕਿਉਂਕਿ ਉਹਦੇ ਵਿੱਚ ਫਿਊਲ ਆ। ਮੈਂ ਫੇਰ ਗੱਲ ਛੱਡ ਦਿੱਤੀ। ਤਾਂ ਇੱਥੇ ਮੋਟਰਸਾਈਕਲ ਸ਼ੋਅ ਹੁੰਦਾ ਹਰੇਕ ਸਾਲ ਐਬਟਸਫੋਰਡ 'ਚ। ਜੀ ਬਿਲਕੁਲ ਹੁੰਦਾ ਜੀ। ਤਾਂ ਮੈਂ ਉੱਥੇ ਗਿਆ ਆ, ਤਾਂ ਉੱਥੇ ਸਾਈਨ ਲੱਗਾ ਏਅਰ ਕੈਨੇਡਾ। ਤਾਂ ਮੈਂ ਆਪਣੇ ਆਪ ਨੂੰ, ਮੈਂ ਕਿਹਾ ਏਅਰ ਕੈਨੇਡਾ ਵਾਲੇ ਵੀ ਮੋਟਰਸਾਈਕਲ ਬਣਾਉਣ ਲੱਗ ਪਏ, ਵੀ ਚਲੋ ਦੇਖਦਾ ਮੈਂ ਨੇੜੇ ਜਾ ਕੇ। ਉੱਥੇ ਜਾ ਕੇ ਗਏ ਤਾਂ ਉਹਨਾਂ ਨੇ, ਮੈਂ ਕਿਹਾ ਵੀ ਇਹ ਕੀ, ਵੀ ਤੁਸੀਂ ਇੱਥੇ ਕਿੱਦਾਂ? ਉਹ ਕਹਿੰਦੇ ਵੀ ਅਸੀਂ ਫਲਾਈਟਾਂ ਚੱਲਦੀਆਂ ਵੈਨਕੂਵਰ ਤੋਂ ਯੂਰਪ ਨੂੰ 4, ਉਹਦੇ ਵਿੱਚ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਆ। ਕਾਦੇ ਲਈ ਲੈ ਕੇ ਵੈਨਕੂਵਰ ਤੋਂ ਜੇ ਤੁਸੀਂ ਆਪਣਾ ਮੋਟਰਸਾਈਕਲ ਯੂਰਪ ਨੂੰ ਲੈ ਕੇ ਜਾਣਾ, ਅੱਛਾ ਜੀ, ਨਾਲ ਲੈ ਕੇ ਜਾਣਾ, ਅਸੀਂ ਫਲਾਈਟ ਵਿੱਚ ਮੋਟਰਸਾਈਕਲ ਲੈ ਜਾਂਦੇ ਆ। ਅੱਛਾ ਜੀ, ਜਾਨੀ ਤੁਹਾਡੇ ਕਿੱਥੋਂ ਚੱਲ ਰਿਹਾ ਸੀ ਤੇ ਕਿੱਥੇ ਆ ਕੇ ਜਵਾਬ ਮਿਲਿਆ? ਉਹ ਜੁਲਾਈ ਦੀ ਗੱਲ ਆ, ਤਾਂ ਇਹ ਮੁੜ ਕੇ ਜਨਵਰੀ ਆ ਗਈ, ਉਹ ਦਿਮਾਗ ਵਿੱਚ ਹੋ ਰਿਹਾ। ਮੈਂ ਕਿਹਾ ਵੀ ਰੀਅਲੀ? ਤਾਂ ਮੈਂ ਉਹਨਾਂ ਨੂੰ ਕਾਸਟ ਪਤਾ ਕੀਤੀ ਜਾਂ ਕੁਛ ਮੇਰੇ ਦਿਮਾਗ 'ਚ ਫੇ, ਤਾਂ ਮੈਂ ਉਹ ਮੁੰਡੇ ਨੂੰ ਫੋਨ ਕਰਦਾ ਫੇ, ਮੈਂ ਕਿਹਾ ਵੀ ਸ਼ੋਰਿਆਂ ਤੂੰ ਜਾਣਾ? ਕਹਿੰਦਾ ਭਾਜੀ ਇਹਦਾ ਮਤਲਬ ਗੱਲ ਬਣ ਰਹੀ ਆ, ਹਨਾ। ਮੈਂ ਕਿਹਾ ਵੀ ਨੋ, ਮੈਂ ਕਿਹਾ ਨਥਿੰਗ ਇਜ਼ ਫਾਈਨਲ। ਫਿਰ ਮੈਂ ਉਦਾਂ, ਮੈਂ ਕਿਹਾ ਵੀ, ਕਹਿੰਦਾ ਹੋਰ ਕੋਈ ਜਾਵੇ ਨਾ ਜਾਵੇ, ਮੈਂ ਜਾਊਂਗਾ ਤਾਂ ਮੈਨੂੰ ਪਤਾ ਵੀ ਜੇ ਤੁਸੀਂ ਗੱਲ ਕਰ ਰਹੇ ਹੋ ਫਿਰ ਤੁਸੀਂ ਤਾਂ ਜਾਣਾ ਹੀ ਆ ਜੀ। ਸੋ ਉੱਥੋਂ ਗੱਲ ਇਹਦੀ ਸ਼ੁਰੂ ਹੁੰਦੀ ਹੈ ਜੀ, ਉਸ ਰਾਈਡ ਦੀ। ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ 6 ਜਣੇ ਜਾਂਦੇ ਆ ਰਾਈਡ ਤੇ। 6 ਜਣੇ ਗਏ ਸੀ। ਔਰ ਇੱਥੋਂ ਫੇ ਕਿਵੇਂ ਤੁਸੀਂ ਗਏ ਸੀ, ਇਹਦੇ ਬਾਰੇ ਥੋੜਾ ਜਿਹਾ ਦੱਸੋ। ਆਪਾਂ ਇਹ ਪਹਿਲਾਂ ਹੀ 1.5 ਸਾਲ ਪਹਿਲਾਂ ਇਹਦੀ ਜਾਨੀ ਕਿ ਕੰਮ ਕਰਨਾ ਇੱਥੇ ਸ਼ੁਰੂ ਹੋ ਗਿਆ। ਸੋ ਵਿਉਂਤਬੰਦੀ 1.5 ਸਾਲ ਪਹਿਲਾਂ, 1.5 ਸਾਲ ਪਹਿਲਾਂ ਦੀ। ਵਾਓ। ਕਿਉਂਕਿ ਅਸੀਂ ਕੁਝ ਉਦਾਂ ਦਾ ਨਹੀਂ ਸੀ ਕਰਨਾ ਚਾਹੁੰਦੇ ਕਿ ਜਿਹੜਾ ਜਾਨੀ ਕਿ ਰਾਹ 'ਚ ਖੜ ਕੇ ਤੱਕ ਦੇਖੀਏ ਵੀ ਹੁਣ ਜਾਣਾ ਕਿੱਥੇ। ਸੋ ਅਸੀਂ ਪਹਿਲਾਂ ਇੱਕ ਮੋਟਰਸਾਈਕਲ ਲਿਆ ਵੀ ਟਰਾਈ ਕਰੀਏ ਕਿਹੜਾ ਮੋਟਰਸਾਈਕਲ ਪ੍ਰੈਕਟੀਕਲ ਆ ਜਾਣ ਲਈ। ਸੋ ਅਸੀਂ ਉਹੋ ਜਿਹੜੀ ਮੈਂ ਤੁਹਾਨੂੰ ਅਲਬਰਟਾ ਦੀ ਰਾਈਡ ਦੀ ਗੱਲ ਦੱਸਦਾ, ਅਲਬਰਟਾ ਨੂੰ ਅਸੀਂ ਰਾਈਡ ਕਰਨ ਗਏ, ਉਹ ਇੱਕ ਨਾਲ ਮੋਟਰਸਾਈਕਲ ਲੈ ਕੇ ਗਏ ਵੀ ਕਿੱਦਾਂ ਚੱਲਦਾ ਇਹ, ਉਹ ਅਸੀਂ ਫਾਈਨਲ ਕਰ ਲਿਆ। ਉਹ ਤਕਰੀਬਨ ਸਾਲ ਪਹਿਲਾਂ ਫਾਈਨਲ ਹੋ ਗਿਆ। ਉਸ ਤੋਂ ਬਾਅਦ ਫਿਰ ਅਸੀਂ ਉਹਦੇ ਨਾਲ ਦੇ ਮੋਟਰਸਾਈਕਲ ਆਰਡਰ ਕੀਤੇ ਬ੍ਰਾਂਡ ਨਿਊ। ਅਸੀਂ ਚਾਹੁੰਦੇ ਸੀ ਕਿ ਰਾਹ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਮੋਟਰਸਾਈਕਲਾਂ ਨੂੰ ਨਵੇਂ ਮੋਟਰਸਾਈਕਲ ਹੋਣ। ਹਾਂਜੀ। ਸੋ ਉਹ 6 ਮਹੀਨੇ ਪਹਿਲਾਂ ਆ ਗਿਆ ਮੋਟਰਸਾਈਕਲ ਵੀ ਜੀ। ਸੋ ਵੀਜ਼ੇ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਐਜ਼ ਅ ਕੈਨੇਡੀਅਨ ਸਿਟੀਜ਼ਨ ਆਪਾਂ ਯੂਰਪ ਦੇ ਵਿੱਚ ਤਾਂ ਜਾ ਹੀ ਸਕਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਬਾਕੀ ਦੇ ਟਰਕੀ ਆ ਜਾਂਦਾ, ਈਰਾਨ, ਪਾਕਿਸਤਾਨ, ਤਾਂ ਜਿੱਥੋਂ ਅਸੀਂ ਆਏ ਆ ਉੱਥੇ ਦਾ ਵੀ ਅਨਫੋਰਚੂਨੇਟਲੀ ਸਾਨੂੰ ਵੀਜ਼ਾ ਲੈਣਾ ਪੈਂਦਾ ਹੈ ਨਾ, ਜਿਹੜਾ ਕਿ ਸਾਰਿਆਂ ਤੋਂ ਔਖਾ ਹੈ। ਸਹੀ ਗੱਲ ਹੈ, ਟੂ ਬੀ ਓਨੈਸਟ, ਰੀਅਲੀ ਦੈਟਸ ਅ ਫੈਕਟ। ਤਾਂ ਤੁਹਾਨੂੰ ਵੀ ਪਤਾ। ਹਾਂਜੀ। ਸੋ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਹੋ ਗਿਆ। ਇੱਕ ਨਾ ਜਦੋਂ ਤੁਸੀਂ ਮੋਟਰਸਾਈਕਲ ਲੈ ਕੇ ਜਾਂਦੇ ਹੋ, ਬਹੁਤ ਥੋੜੇ ਲੋਕਾਂ ਨੂੰ ਪਤਾ ਕਿਉਂਕਿ ਉਸ ਚੀਜ਼ ਨਾਲ ਬਾਹਰ ਨਹੀਂ ਪੈਂਦਾ, ਮੋਟਰਸਾਈਕਲਾਂ ਦੇ ਵੀ ਪਾਸਪੋਰਟ ਬਣਦੇ ਨੇ। ਅੱਛਾ ਜੀ। ਹਾਂਜੀ। ਵਾਓ। ਮੈਨੂੰ ਲੱਗਦਾ ਆਮ ਲੱਕੀਐਸਟ ਪਰਸਨ ਕਿ ਅੱਜ ਮੈਂ ਤੁਹਾਡੇ ਨਾਲ ਇਹ ਗੱਲਾਂ ਸ਼ੇਅਰ ਕਰ ਰਹੀ ਹਾਂ, ਕਿਉਂਕਿ ਸਾਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਸ ਇੱਥੋਂ ਮੋਟਰਸਾਈਕਲ ਚੱਕੇ ਪਲੇਨ 'ਚ ਜਾੜੇ ਤੇ ਉੱਥੇ ਜਾ ਕੇ ਲਾ ਲੈ, ਘੁੰਮ ਫਿਰ ਕੇ ਆ ਗਏ। ਤੇ ਪਰ ਇਹਦੇ ਵਿੱਚ ਕੀ ਕੰਡੀਸ਼ਨਸ, ਕਿਵੇਂ ਤੁਸੀਂ ਮੈਨੇਜ? ਸੋ ਪਾਸਪੋਰਟ ਮੋਟਰਸਾਈਕਲ ਦੇ ਵੀ ਬਣੇ? ਜੀ। ਸੋ ਇਟਸ ਨਾਟ ਦੈਟ ਸਿੰਪਲ ਕਿ ਉਦਾਂ। ਹਾਂਜੀ। ਸੋ ਦੈਟਸ ਵਾਈ ਇਟ ਟੁਕ ਦੈਟ ਲੌਂਗ
ਤਾਂ ਫਿਰ ਕੋਈ ਬਹੁਤ ਥੋੜੀਆਂ ਕੰਪਨੀਆਂ ਨੇ ਜਿਹੜੀਆਂ ਪਾਸਪੋਰਟ ਬਣਾਉਂਦੀਆਂ ਨੇ। ਜੀ। ਅਮਰੀਕਾ ਤੋਂ ਜੇ ਤੁਸੀਂ ਬਣਾਉਂਦੇ ਹੋ, ਅਮਰੀਕਾ ਦੇ ਜਿੱਦਾਂ ਕਿ ਰਿਲੇਸ਼ਨ ਨੇ ਈਰਾਨ ਦੇ ਨਾਲ, ਫਿਰ ਉਹ ਵੈਲਿਡ ਨਹੀਂ ਉਹ ਪਾਸਪੋਰਟ ਈਰਾਨ ਦੇ ਵਿੱਚ, ਦੈਨ ਯੂ ਹੈਵ ਟੂ ਫਾਈਂਡ ਅਨਦਰ ਕੰਪਨੀ ਜਿਹਦਾ ਪਾਸਪੋਰਟ ਈਰਾਨ 'ਚ ਵੀ ਵੈਲਿਡ ਹੋਵੇ। ਤਾਂ ਸੋ ਉਹ ਸਾਨੂੰ ਮੁੜ ਕੇ ਇੰਗਲੈਂਡ ਤੋਂ ਮਿਲਿਆ ਉਹ। ਤਾਂ ਉਹ ਕਿਹੜੀਆਂ ਕੰਟਰੀਆਂ ਦੇ ਤੁਹਾਨੂੰ ਵੀਜ਼ੇ ਲੈਣੇ ਪਏ ਸੀ? ਸਾਨੂੰ ਮੋਸਟਲੀ ਜਿੱਦਾਂ ਹੋਮ ਕੰਟਰੀ ਹੋ ਗਈ ਇੰਡੀਆ ਦਾ ਲੈਣਾ ਪਿਆ। ਹਾਂਜੀ, ਪਾਕਿਸਤਾਨ ਦਾ ਲੈਣਾ ਪਿਆ ਜੀ। ਉਸ ਤੋਂ ਬਾਅਦ ਸਾਨੂੰ ਈਰਾਨ ਦਾ ਲੈਣਾ ਪਿਆ ਤਾਂ ਟਰਕੀ ਦਾ ਲੈਣਾ ਪਿਆ ਜੀ। ਸੋ ਫਿਰ ਇੱਥੋਂ ਤੁਸੀਂ ਫਲਾਈ ਕਰਕੇ ਯੂਰਪ ਗਏ? ਇੱਥੋਂ ਫਲਾਈ ਕਰਕੇ ਸਾਡੇ ਕੋਲ 4 ਸੀਗੇ ਜਿਹੜੇ ਜਾਣੀ ਕਿ 에ਅਰ ਕੈਨੇਡਾ ਅਲਾਉ ਕਰਦੀ ਸੀ ਡੈਸਟੀਨੇਸ਼ਨਸ। ਸਾਨੂੰ ਲੱਗਾ ਕਿ ਜਿਹੜਾ ਜ਼ਿਆਦਾ ਪ੍ਰੈਕਟੀਕਲ ਸੀਗਾ ਉਹ ਇੰਗਲੈਂਡ ਸੀਗਾ। ਤਾਂ ਕਿਉਂਕਿ ਅਸੀਂ ਇੱਕ ਹੋਰ ਚੀਜ਼ ਮੈਂ ਦੱਸਣੀ ਚਾਹੁੰਦਾ ਕਿ ਜਿਹੜੀ ਰਾਈਡ ਸੀਗੀ ਅਸੀਂ ਖਾਲਸਾ ਏਡ ਲਈ ਫੰਡ ਰੇਜ਼ ਕਰ ਰਹੇ ਸੀਗੇ। ਬਿਲਕੁਲ ਜੀ, ਮੈਂ ਚਾਹੁੰਦੀ ਸੀ ਕਿ ਤੁਸੀਂ ਇਹ ਮੈਂਸ਼ਨ ਕਰ ਦਿਓ। ਬਿਲਕੁਲ ਖਾਲਸਾ ਏਡ ਲਈ ਤੁਸੀਂ ਇਹਦੇ ਫੰਡ ਰੇਜ਼ਿੰਗ ਕੀਤੀ ਸੀ ਜੀ। ਤਾਂ ਇੱਕ ਉਹ 550ਵਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀਗਾ, ਉਹਨੂੰ ਸਮਰਪਿਤ ਸੀਗੀ ਰਾਈਡ। ਤਾਂ ਸਾਨੂੰ ਸੀਗਾ ਕਿ ਅਸੀਂ ਜਦੋਂ ਕੈਨੇਡਾ ਦੇ ਵਿੱਚ ਰਾਈਡ ਕੀਤੀ ਸੀਗੀ ਉਦੋਂ ਕੈਂਸਰ ਸੁਸਾਇਟੀ ਲਈ ਕੀਤੀ ਸੀਗੀ ਜੀ। ਬਿਲਕੁਲ ਹਨਾ, ਕਿਉਂਕਿ ਲੋਕੀ ਰਿਲੇਟ ਕਰ ਸਕਦੇ ਨੇ ਜਿਹੜੇ ਕੈਨੇਡੀਅਨ ਡੋਨਰ ਹੋਣਗੇ, ਉਹਨਾਂ ਨੇ ਡੋਨੇਸ਼ਨ ਕਰਨੀ ਆ ਤਾਂ ਆਬਵੀਅਸਲੀ ਕੋਈ ਉਦਾਂ ਦੀ ਕਿਸੇ ਚੀਜ਼ ਨੂੰ ਕਰਨਗੇ ਜਿਨ੍ਹਾਂ ਤੋਂ ਵਾਹ-ਵਾਸਤਾ ਨੇ। ਤਾਂ ਜਦੋਂ ਫਿਰ ਤੁਸੀਂ ਇੰਟਰਨੈਸ਼ਨਲ ਤੌਰ ਤੇ ਉੱਤੇ ਗੱਲ ਕਰਦੇ ਹੋ ਤਾਂ ਉੱਥੇ ਤਾਂ 에ਅਰ ਕੈਨੇਡਾ ਦੇ ਨਾਲੋਂ ਆਈ ਮੀਨ ਖਾਲਸਾ ਏਡ ਨਾਲੋਂ ਹੋਰ ਕੋਈ ਸਾਨੂੰ ਵੱਡੀ ਸੰਸਥਾ ਨਹੀਂ ਲੱਗੀ ਜੀ। ਬਿਲਕੁਲ। ਸੋ ਅਸੀਂ ਰਵੀ ਸਿੰਘ ਹੁਣਾਂ ਨੂੰ ਅਪਰੋਚ ਕੀਤਾ ਤਾਂ ਰਵੀ ਸਿੰਘ ਹੋਣੀ ਸਪੈਸ਼ਲੀ ਇੱਥੇ ਆਏ। ਉਹਨਾਂ ਨੇ ਸਾਨੂੰ ਕਹਿੰਦੇ ਵੀ ਆਪਾਂ ਘੰਟਾ ਮੀਟਿੰਗ ਕਰਾਂਗੇ, ਪਰ ਉਹ ਵੀ ਗੱਲਾਂ ਸੁਣ ਕੇ ਇੰਨੇ ਐਕਸਾਈਟਡ ਹੋਏ। ਸਾਡੀ ਤਕਰੀਬਨ 4 ਘੰਟੇ ਉਹ ਮੀਟਿੰਗ ਚੱਲੀ ਵੀ ਆਪਾਂ ਇਦਾਂ ਕਰ ਸਕਦੇ ਹਾਂ, ਇਦਾਂ ਕਰ ਸਕਦੇ ਹਾਂ। ਸੋ ਉਹ 6 ਮਹੀਨੇ ਪਹਿਲਾਂ ਜਾਣੀ ਕਿ 6 ਤੋਂ ਵੀ ਜ਼ਿਆਦਾ ਮਹੀਨੇ ਪਹਿਲਾਂ ਹੀ ਉਹ ਕੰਮ ਕਰਨਾ ਉੱਤੇ ਸ਼ੁਰੂ ਹੋ ਗਿਆ ਸੀਗਾ। ਹਾਂਜੀ, ਪਰ ਉਸ ਟਾਈਮ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਉਦੋਂ ਕਿਤਾਬ ਨਹੀਂ ਸੀ ਕਿਤੇ ਵੀ ਦਿਮਾਗ 'ਚ। ਅੱਛਾ ਜੀ। ਨਾ ਉਦੋਂ, ਕਿਉਂਕਿ ਇਹਦਾ ਇੱਕ ਇਹ ਵੀ ਰੀਜ਼ਨ ਹੋ ਸਕਦਾ ਕਿ ਮੈਂ ਟੂ ਬੀ ਓਨੈਸਟ ਮੈਂ ਰੀਡਰ ਨਹੀਂ ਹਾਂ, ਮੈਂ ਨਹੀਂ ਪੜ੍ਹਦਾ ਕਿਤਾਬਾਂ, ਜਿਹੜੀ ਕਿ ਕੋਈ ਵਧੀਆ ਚੀਜ਼ ਨਹੀਂ ਹੈ। ਆਈ ਐਮ ਨਾਟ ਪ੍ਰਾਊਡ ਅਬਾਊਟ ਇਟ, ਆਈ ਮੀਨ, ਬਟ ਆਈ ਡੋਨਟ ਰੀਡ। ਸ਼ੌਂਕ ਹੁੰਦੇ ਜੀ ਆਪੋ ਆਪਣੇ, ਕਈ ਅਬਜ਼ਰਵ ਕਰ ਲੈਂਦੇ ਚੀਜ਼ਾਂ ਨੂੰ, ਕਈ ਪੜ੍ਹਨਾ ਪਸੰਦ ਕਰਦੇ ਆ। ਮੈਨੂੰ ਪੜ੍ਹਨਾ ਤੇ ਲਿਖਣਾ ਦੋਨੋਂ ਪਸੰਦ ਆ। ਮੈਂ ਢੇਰ ਲਾਏ ਪਏ ਕਾਪੀਆਂ ਲਿਖ ਕੇ ਨਿੱਕੇ ਪੇਪਰਾਂ ਤੇ ਨਹੀਂ ਕਰਦੀ। ਤੁਸੀਂ ਤਾਂ ਹੁਣ ਛਪਦੇ ਵੀ ਹੋ ਅਖਬਾਰਾਂ 'ਚ। ਕੋਸ਼ਿਸ਼ ਕਰ ਲਈਦੀ ਆ ਕਦੇ ਪਰ ਫਿਰ ਤੁਸੀਂ ਜਦੋਂ ਖਾਲਸਾ ਏਡ ਦੇ ਲਈ ਕਰ ਰਹੇ ਸੀ ਫੰਡਿੰਗ, ਸੋ ਇਹ 1.5 ਸਾਲ ਦੀ ਪਲੈਨਿੰਗ ਤੁਹਾਡੀ ਚੱਲੀ ਜੀ। ਤੇ ਫਿਰ ਤੁਸੀਂ ਜਦੋਂ ਇੱਥੋਂ ਇੰਗਲੈਂਡ ਪਹੁੰਚੇ, ਉੱਥੋਂ ਗਾਂ ਦੀ ਸਾਰੀ ਜਰਨੀ ਫਿਰ ਤੁਹਾਡੀ ਮੋਟਰਸਾਈਕਲ ਤੇ ਰਹੀ? ਹਾਂਜੀ, ਐਕਚੁਅਲੀ ਇੰਗਲੈਂਡ ਵੀ ਇਟਸ ਐਨ ਆਈਲੈਂਡ ਹਨਾ, ਉਹ ਇਕੱਠ ਹੋਇਆ ਬਾਕੀ ਯੂਰਪ ਨਾਲੋਂ। ਸੋ ਉੱਥੇ 2 ਚੋਇਸਾਂ ਤੁਹਾਡੇ ਕੋਲ, ਜਾਂ ਤਾਂ ਫੈਰੀ ਲੈ ਕੇ ਤੁਸੀਂ ਫਰਾਂਸ ਜਾਂ ਨੀਦਰਲੈਂਡ ਜਾਓਗੇ, ਜਾਂ ਜਿਹੜੀ ਯੂਰੋ ਸਟਾਰ ਆ ਜਿਹੜੀ ਅੰਡਰ ਵਾਟਰ ਟ੍ਰੇਨ ਚੱਲਦੀ ਆ। ਸੋ ਫੈਰੀ ਤਾਂ ਆਪਾਂ ਇੱਥੇ ਰਹਿੰਦਿਆਂ ਨੂੰ ਇੰਨਾ ਚਿਰ ਹੋ ਗਿਆ ਕਿ ਹਰੇਕ ਬੰਦਾ 8-10 ਵਾਰੀ ਵਿਕਟੋਰੀਆ ਜਾਇਆ ਆ ਹਨਾ। ਤਾਂ ਫੈਰੀ ਤਾਂ ਸਾਨੂੰ ਪਤਾ ਸੀ ਕਿ ਇਟਸ ਅ ਬਿਊਟੀਫੁਲ ਰਾਈਡ, ਬਟ ਵੀ ਹੈਵ ਬੀਨ ਔਨ ਇਟ। ਤਾਂ ਫਿਰ ਸਾਨੂੰ ਲੱਗਾ ਕਿ ਉਹ ਬੜੀ ਫੈਸੀਨੇਟਿੰਗ ਚੀਜ਼ ਆ, ਉਹ ਜਿਹੜੀ ਅੰਡਰ ਵਾਟਰ ਟ੍ਰੇਨ ਚੱਲਦੀ ਆ। ਸੋ ਅਸੀਂ ਫਿਰ ਇੰਗਲੈਂਡ ਤੋਂ ਫੋਕਸਟੋਨ ਆ ਲਾਸਟ ਸਟੇਸ਼ਨ, ਜਿੱਥੋਂ ਜਾਣੀ ਕਿ ਉਹ ਪਾਣੀ ਦੇ ਬਾਹਰ ਆ ਜਾਂਦੀ ਇੰਗਲੈਂਡ ਆ ਕੇ। ਸੋ ਉੱਥੋਂ ਅਸੀਂ ਉਹ ਟ੍ਰੇਨ ਲੈ ਕੇ ਤਾਂ ਕੈਲੇ ਸਟੇਸ਼ਨ ਆ ਫਰਾਂਸ ਦਾ, ਸੋ ਉੱਥੇ ਅਸੀਂ ਨਿਕਲ ਗਏ। ਤਾਂ ਉੱਥੋਂ ਫਿਰ ਮੁੜ ਕੇ ਬਾਈ ਰੋਡ ਹੋ ਗਿਆ। ਉਹ 35 ਮਿੰਟਾਂ ਦੀ ਜਿਹੜੀ ਸਾਨੂੰ ਯੂਰੋ ਸਟਾਰ ਉੱਥੋਂ ਲੈਣੀ ਪਈ ਜੀ ਇੰਗਲੈਂਡ ਤੋਂ। ਵੈਸੇ ਅਸੀਂ ਇੰਗਲੈਂਡ ਪਹਿਲੋਂ ਲੰਡਨ ਉਤਰੇ, ਫਿਰ ਅਸੀਂ ਬਰਮਿੰਗਮ ਜਾ ਕੇ ਬਾਅਦ ਵਿੱਚ ਆਏ। ਜਾਣੀ ਕਿ ਲੰਡਨ ਖਾਲਸਾ ਏਡ ਨੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਸੀਗਾ ਸਾਊਥ ਹਾਲ ਗੁਰਦੁਆਰਾ ਸਾਹਿਬ ਇੰਟਰੋਡਕਸ਼ਨ ਲਈ ਜਾਂ ਰਾਈਡ ਨੂੰ ਸੀ ਆਫ ਕਰਨ ਲਈ। ਸੋ ਇਟ ਵਾਸ ਅ ਬਿਊਟੀਫੁਲ ਐਕਸਪੀਰੀਅੰਸ। ਤੇ ਫਿਰ ਉਸ ਤੋਂ ਬਾਅਦ ਅਗਲਾ ਸਫ਼ਰ ਤੁਹਾਡਾ ਹਰ ਸਿਟੀ ਵਿੱਚੋਂ ਹੁੰਦਾ ਗਿਆ, ਜੋ ਕਿ ਤੁਸੀਂ ਇਸ ਕਿਤਾਬ ਦੇ ਵਿੱਚ ਪੂਰਾ ਲਿਖਿਆ ਹੈ। ਹਾਂ, ਕੱਲੀ ਚੀਜ਼। ਅੱਛਾ, ਮੈਨੂੰ ਇੱਕ ਗੱਲ ਪ੍ਰਭਜੀਤ ਜੀ ਆਈ ਕਿ ਤੁਸੀਂ ਕਿਤਾਬ ਵਾਪਸ ਆ ਕੇ ਲਿਖੀ ਹੈ ਨਾ? ਕਿਤਾਬ ਤਾਂ ਰਾਈਟ ਹੋਈ ਜੀ 2019 ਚ। 3 ਇੱਥੋਂ ਜਾਂਦੇ ਅਸੀਂ ਅਪ੍ਰੈਲ ਨੂੰ ਵੈਨਕੂਵਰ ਤੋਂ ਜੀ, ਤਾਂ 11 ਮਈ ਨੂੰ ਬਾਘਾ ਬਾਰਡਰ ਜਾਣੀ ਕਿ ਅਸੀਂ ਪੰਜਾਬ ਐਂਟਰ ਕਰ ਜਾਂਦੇ ਆ ਆਪਣੇ ਚੜ੍ਹਦੇ ਪੰਜਾਬ ਜੀ। ਸੋ ਉਹ ਤਕਰੀਬਨ 38 ਕੁ ਦਿਨਾਂ ਦੀ ਰਾਈਡ, 39 ਦਿਨਾਂ ਦੀ। ਤਾਂ ਇਹ ਬੁੱਕ ਲਿਖ ਹੁੰਦੀ ਆ ਜੀ 2000 ਤਕਰੀਬਨ 22 ਦੇ ਵਿੱਚ ਸ਼ੁਰੂ ਹੁੰਦੀ ਆ ਇਹ। ਤਾਂ ਮੈਨੂੰ 2021 ਦੇ ਐਂਡ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜਾਣੀ ਕਿ ਉਹ ਕਰ ਰਹੇ ਸੀਗੇ ਜਿਹੜੇ ਵੀ ਮੇਰਾ ਫਰੈਂਡਸ਼ਿਪ ਸਰਕਲ ਜਾਂ ਉਸ ਰਾਈਡ ਦੇ ਕਰਕੇ ਗਲੋਬਲ ਲੈਵਲ ਦੇ ਉੱਤੇ ਜਿੰਨੇ ਰਾਈਡਰ ਸੀ ਜਾਂ ਆਪਣੀ ਕਮਿਊਨਿਟੀ ਸੀ, ਮੈਂ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਹੁੰਦਾ ਸੀਗਾ।
ਤਾਂ ਉਹਦੇ ਕਰਕੇ ਉਹ ਸਾਰੇ ਜਾਣੀ ਕਿ ਚਾਹੁੰਦੇ ਸੀ ਕਿ ਕਿੱਦਾਂ ਹੋਇਆ, ਗਾਏ ਬਗਾਏ ਕਿਸੇ ਦਾ ਫੋਨ ਕਾਲ, ਈਮੇਲ ਜਾਂ ਜਾਣੀ ਕਿ ਸੋਸ਼ਲ ਮੀਡੀਆ ਦੇ ਕੁਐਸਚਨ ਆਉਂਦੇ ਰਹਿੰਦੇ ਸੀ। ਤਾਂ ਮੈਨੂੰ ਕਹਿੰਦੇ ਸੀ ਕਿ ਲਿਖੋ ਇਹਦੇ ਬਾਰੇ। ਤਾਂ ਮੈਂ ਰਾਈਟਰ ਨਹੀਂ ਹਾਂ, ਮੈਂ ਕਦੇ ਲਿਖਿਆ ਨਹੀਂ ਹਾਂ, ਹਨਾ। ਤਾਂ ਸੋ ਮੈਨੂੰ ਸੀਗਾ ਕਿ ਯਾਰ ਮੈਂ ਲਿਖ ਨਹੀਂ ਸਕਦਾ। ਉਹ ਕਹਿੰਦੇ ਫਿਰ ਦੱਸੋ ਕੀ ਹੋਇਆ। ਜਦੋਂ ਮੈਂ ਬੋਲ ਕੇ ਦੱਸਦਾ ਸੀ ਫਿਰ ਤਾਂ ਕਿਉਂਕਿ ਉਹ ਜੀਏ ਆ ਇੰਨੇ ਦਿਨ, ਹਨਾ, ਤਾਂ ਉਹਨਾਂ ਨੇ ਕਹਿਣਾ ਵੀ ਆਹ ਹੀ ਲਿਖਣਾ ਜੋ ਤੁਸੀਂ ਬੋਲ। ਮੈਂ ਕਿਹਾ ਯਾਰ ਵੀ ਉਹ ਲਿਖਣਾ ਜਾਣੀ ਕਿ ਮੈਨੂੰ ਬੜਾ ਉਹ ਇਟ ਵਾਸ ਨਾਟ ਈਜ਼ੀ ਸੀਰੀਅਸਲੀ। ਤਾਂ ਮੈਨੂੰ ਲੱਗਦਾ ਕਿ ਬੀਇੰਗ ਅ ਨੌਨ ਰਾਈਟਰ ਮੈਨੂੰ ਲੱਗਦਾ ਹੁੰਦਾ ਹੀ ਇਦਾਂ ਹੋਣਾ ਆ, ਜਾਂ ਮੇਰੇ ਲਈ ਇਦਾਂ। ਤੁਸੀਂ ਸਮਾਂ ਕੱਢ ਕੇ ਲਿਖਦੇ ਸੀ, ਲਾਈਕ ਇਦਾਂ ਸੀ ਕਿ ਪਹਿਲਾਂ ਸੋਚਦੇ ਸੀ, ਕਿਉਂਕਿ ਤੁਹਾਡੇ ਤੇ ਜ਼ਹਿਨ ਦੇ ਵਿੱਚ ਸਾਰੀ ਉਹ ਚੱਲ ਰਹੀ ਸੀ, ਤੁਸੀਂ ਉਹਨੂੰ ਹੰਡਾਇਆ ਸੀ ਉਸ ਰਾਈਡ ਨੂੰ। ਸੋ 38 39 ਦਿਨ ਤੁਹਾਡੇ ਜ਼ਹਿਨ ਦੇ ਵਿੱਚ ਪਏ ਸੀ, ਉਹਨਾਂ ਨੂੰ ਸੋਚ ਕੇ ਲਿਖਣਾ ਪਿਆ, ਯਾਦ ਕਰਨਾ ਪਿਆ, ਥੋੜਾ ਹੋਮਵਰਕ ਕਰਨਾ ਪਿਆ। ਕਿਉਂਕਿ ਕਈ ਹੁੰਦਾ ਕਿ ਕਈ ਲੋਕ ਜਰਨੀ ਤੇ ਜਾਂਦੇ ਆ, ਜਿਵੇਂ ਮੈਂ ਆ, ਜੇ ਮੈਂ ਕਿਤੇ ਜਾਂਦੀ ਆ ਜਰਨੀ ਤੇ, ਜਾਂ ਮੈਂ ਬਾਏ 에ਅਰ ਜਾਂਦੀ ਆ ਜਾਂ ਮੈਂ ਬਾਏ ਰੋਡ ਜਾਂਦੀ ਆ, ਸੋ ਮੈਂ ਜਿੱਥੇ ਵੀ ਪਹੁੰਚਣਾ, ਵਿੱਚ ਰੁਕਣਾ, ਮੈਂ ਉੱਥੇ 4 ਸ਼ਬਦ ਲਿਖ ਲਏ, ਮੇਰੇ ਜ਼ਹਿਨ ਦੇ ਵਿੱਚ ਕੁਝ ਆਇਆ, ਕੋਈ ਵੌਇਸ ਆਪਣੀ ਰਿਕਾਰਡ ਕਰਕੇ ਰੱਖ ਲਈ, ਕੁਝ ਵੀ ਲਿਖ ਲਿਆ, ਰੱਖ ਲਿਆ, ਉਹ ਮੈਨੂੰ ਯਾਦ ਰਹਿੰਦਾ ਜੀ। ਪਰ ਤੁਸੀਂ ਇਹ ਫਿਰ ਰਾਈਡ ਤਾਂ ਪਹਿਲਾਂ ਹੋਈ ਸੀ ਤੇ ਤੁਸੀਂ ਲਿਖੀ 2021 ਦੇ ਐਂਡ ਜਿਹੇ ਚ ਤੁਸੀਂ ਸ਼ੁਰੂ ਕੀਤੀ ਆ ਨਾ ਜੀ। ਵੈਰੀ ਗੁੱਡ ਕੁਐਸਚਨ। ਇਹ ਫਿਰ ਕਿਵੇਂ ਤੁਹਾਡੇ ਸਾਰਾ ਕਿੱਦਾਂ ਚੱਲਿਆ? ਸੋ ਫਲੈਸ਼ਬੈਕ ਹੋਈ, ਕਿਉਂਕਿ ਮੇਰੀ ਇੱਕ ਦੋਸਤ ਨੇ ਵੀ ਲਿਖਿਆ, ਉਹ ਫੋਟੋ ਦੇਖਦੀ ਸੀ ਵੀ ਕਿਹੜੇ ਏਰੀਆ ਦੀ ਫੋਟੋ ਆ, ਇੱਥੇ ਅਸੀਂ ਕਦੋਂ ਪਹੁੰਚੇ ਸੀ, ਉਹਨੇ ਇਦਾਂ ਦੇਖ ਕੇ ਲਿਖਿਆ ਸੀ। ਤੁਸੀਂ ਕਿਵੇਂ ਸਾਰਾ ਕੀਤਾ ਇੰਨਾ ਔਖਾ ਕੰਮ? ਹਾਂ, ਵੈਰੀ ਗੁੱਡ ਕੁਐਸਚਨ। ਇਹ ਉਦੋਂ ਜਦੋਂ ਇਹ ਰਾਈਡ ਕਰ ਵੀ ਰਹੇ ਸੀ, ਦਿਮਾਗ 'ਚ ਨਹੀਂ ਸੀ ਵੀ ਲਿਖਣਾ ਆ, ਪਰ ਉਹਨੂੰ ਅਸੀਂ ਤਕਰੀਬਨ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਰਹਿੰਦੇ ਸੀ। ਤਾਂ ਮੈਂ ਫੋਟੋਆਂ ਖਿੱਚਣ ਦਾ ਬੜਾ ਸ਼ੌਕੀਨ ਆ। ਅੱਜ ਕੱਲ੍ਹ ਤਾਂ ਮੈਂ ਕੈਮਰਾ ਮੇਰੇ ਤੋਂ ਅੱਗੇ DSLR ਮੈਂ ਚੱਕੀ ਰੱਖਣਾ ਨਾਲ, ਕਾਰ 'ਚ ਵੀ ਹੋਣਾ, ਪਰ ਜਦੋਂ ਦੇ ਫੋਨ ਆ ਗਏ ਵਧੀਆ, ਤਾਂ ਫੋਨ ਤੇ ਬਹੁਤ ਸੋਹਣੀ ਫੋਟੋ ਆ ਜਾਂਦੀ ਆ, ਤਾਂ ਉਹ ਫੋਟੋਆਂ ਖਿੱਚੀ ਜਾਣੀਆਂ। ਸੋ ਜਿੱਦਣ ਮੈਂ ਇੱਕ ਤਾਂ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੀ ਦਿਸ ਵਾਜ਼ ਐਨ ਅਚੀਵਮੈਂਟ। ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਇਹ ਰਾਈਡ ਸੀਗੀ, ਮੈਨੂੰ ਇਹ ਬਹੁਤ ਵੱਡੀ ਚੀਜ਼ ਲੱਗਦੀ ਆ। ਕਿੰਨੇ ਕੁ ਲੋਕ ਨੇ ਦੁਨੀਆ ਦੇ ਉੱਤੇ ਜਿਹੜੇ ਕਰ ਪਾਉਂਦੇ ਆ ਜੀ। ਬਿਲਕੁਲ। ਵੀ ਵਰ ਦ ਫਰਸਟ 6 ਕੈਨੇਡੀਅਨਸ ਜਾਂ ਉਦਾਂ ਕੈਨੇਡੀਅਨਸ ਹੂ ਡਿਡ ਦਿਸ। ਕੀ ਬਾਤ ਹੈ। ਯਾਨੀ ਕਿ ਕੈਨੇਡਾ ਤੋਂ ਇੱਥੋਂ ਜਾ ਕੇ ਕਿਸੇ ਨੇ, ਯੂਰਪ ਦੇ ਵਿੱਚੋਂ ਲੋਕ ਗਏ ਨੇ, ਪਰ ਕੈਨੇਡੀਅਨ ਬੰਦੇ ਇੱਥੋਂ ਜਾ ਕੇ, ਜਿੱਥੇ ਤੇ ਮੈਨੂੰ ਪਤਾ ਮੈਂ ਨਹੀਂ ਸੁਣਿਆ ਕਦੇ ਵੀ। ਸੋ ਇਟ ਵਾਜ਼ ਅ ਬਿਗ ਥਿੰਗ, ਹਨਾ। ਤਾਂ ਉਹ ਜਦੋਂ ਉਹ ਜਾਣੀ ਕਿ ਉਹ ਰਹਿੰਦਾ ਹੀ ਸੀਗਾ 1.5 ਸਾਲ ਉਹਦੇ ਉੱਤੇ, ਕਿਉਂਕਿ ਮੈਂ ਉਹਨੂੰ ਜਾਣੀ ਕਿ ਗਰਾਊਂਡ ਲੈਵਲ ਤੋਂ ਉਹਨੂੰ ਜਾਣੀ ਕਿ ਸ਼ੁਰੂ ਕੀਤੀ ਸੀ। ਜਾਨੀ ਜਦੋਂ ਸੋਚਿਆ, ਨੀ ਰੱਖੀ, ਜਿਵੇਂ ਜਿਵੇਂ ਉਹਨੂੰ ਬਿਲਡ ਕੀਤਾ, ਸੋ ਸਾਰਾ ਤੁਹਾਡੇ ਥਰੂ ਹੋਇਆ ਸੀ, ਤੁਹਾਨੂੰ ਪਤਾ ਸੀ ਜੀ। ਮੈਂ ਜਾਣੀ ਕਿ ਮੈਂ ਉਸ ਚੀਜ਼ ਲਈ ਮੈਂ ਉਹਨੂੰ ਸ਼ੁਰੂ ਕਰਨ ਵਾਲਾ, ਉਹ ਬੰਦਾ ਮੈਨੂੰ ਕਹਿਣ ਵਾਲਾ ਮਨਦੀਪ ਭਾਈ, ਤਾਂ ਮੈਂ ਉਸ ਚੀਜ਼ ਦੇ ਉੱਤੇ ਕੰਮ ਕਰਨ ਵਾਲਾ। ਉਹ ਜਾਣੀ ਕਿ ਜਿਹੜੇ ਨਾਲ ਦੇ ਰਾਈਡਰ ਸੀਗੇ ਉਹ ਵੀ ਬਾਅਦ ਵਿੱਚ ਜੁਆਇਨ ਕਰਦੇ ਨੇ ਜਾਂ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਆ, ਪਰ ਉਹ ਚੀਜ਼ ਮੈਂ ਨਿੱਕੀ ਹੁੰਦੀ ਵੱਡੀ ਹੁੰਦੀ ਦੇਖੀ ਸੀ, ਨਿੱਕੀਓਂ। ਸੋ ਉਹ ਮੇਰੇ ਦਿਮਾਗ ਦੇ ਵਿੱਚ ਕੱਲੀ ਚੀਜ਼ ਨਾਲ, ਜਿਹੜੇ ਟਾਊਨਾਂ 'ਚ ਗਏ ਆ, ਉਹ ਮੈਂ ਸਾਲ ਪਹਿਲੋਂ ਤਾਂ ਮੈਂ ਸਟਰੀਟ ਵਿਊ ਗੂਗਲ ਤੇ ਦੇਖਦਾ ਰਿਹਾ ਸੀ ਵੀ ਇਦਾਂ ਹੋਣਾ ਆ। ਤਾਂ ਯਕੀਨ ਕਰਿਓ, ਮੈਂ ਆਫ ਦਾ ਲਾਈਨ ਜਾ ਰਿਹਾ ਕਿਸੇ ਗੱਲ ਤੇ। ਨਹੀਂ ਕੋਈ ਨਹੀਂ। ਉਹਨੇ ਨਾ, ਅਸੀਂ ਜਦੋਂ ਇਹ ਰਾਈਡ ਕਰ ਰਹੇ ਸੀਗੇ, ਅਸੀਂ ਕਨੈਕਟਡ ਸੀਗੇ, ਉਹ ਸਾਡੇ ਵਾਕੀਆਂ ਟਾਕੀਆਂ ਲੱਗੀਆਂ ਸੀ ਇੱਕ ਦੂਜੇ ਨਾਲ ਗੱਲਬਾਤ ਕਰਨ, ਤਾਂ ਅਸੀਂ ਪੁੱਛ ਰਹੇ ਸੀ ਵੀ ਇਹ ਸੱਚੀ ਹੋ ਰਿਹਾ। ਕੀ ਬਾਤ ਹੈ। ਯਕੀਨ ਨਹੀਂ ਆਉਂਦਾ ਹੁੰਦਾ, ਕਿਉਂਕਿ ਉਹ ਇੰਨੀ ਵਾਰੀ ਉਹ ਸਟਰੀਟ ਵਿਊ ਤੇ ਆਪਣੇ ਘਰ ਬਹਿ ਕੇ ਵੱਡੀ ਸਕਰੀਨ ਦੇ ਉੱਤੇ ਅਸੀਂ ਦੇਖਦੇ ਰਹਿਣਾ, ਇੱਥੋਂ ਇਦਾਂ ਹੋਊਗੀ, ਇੱਥੋਂ ਇਦਾਂ ਹੋਊਗੀ। ਉਹ ਕੱਲਾ ਗੈਸ ਸਟੇਸ਼ਨ ਦੇਖਿਆ ਸੀ, ਜੇ ਇੱਥੇ ਨਾ ਗੈਸ ਮਿਲਿਆ ਤਾਂ ਇਹਦੇ ਨੇੜਿਓਂ ਆਪਾਂ ਇੱਥੋਂ ਜਾ ਕੇ ਪਵਾ ਲੈਣਾ। ਸੋ ਇੰਨੀ ਥੋਰੋਲੀ ਅਸੀਂ ਪਤਾ ਨਹੀਂ ਕਿੰਨੀ ਵਾਰੀ ਤਾਂ ਸਟਰੀਟ ਵਿਊ ਥਾਣੀ ਚਲੇ ਗਏ ਸੀ। ਉਹ ਮੁੜ ਕੇ ਜਦੋਂ ਸੱਚੀ ਉੱਥੇ ਸੀਗੇ ਤਾਂ ਉਹ ਲੱਗ ਰਿਹਾ ਸੀ ਕਿ ਵੀ ਮਹਾਰਾਜ ਸੱਚੀ ਇਦਾਂ ਹੋ ਰਿਹਾ, ਇਜ਼ ਦਿਸ ਰੀਅਲ ਔਰ ਇਜ਼ ਇਟ ਅ ਡ੍ਰੀਮ। ਤਾਂ ਸੋ ਫੋਟੋਆਂ ਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਸੋ ਫੋਟੋਆਂ ਨੇ ਬਹੁਤ ਹੈਲਪ ਕੀਤੀ। ਸੋ ਇੱਕ ਤਾਂ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਮੈਂ ਇਹਨੂੰ ਡਿਵਾਈਡ ਕਿੱਦਾਂ ਕਰਾਂ, ਕਿਹੜੀ ਚੀਜ਼ ਦੇ ਨਾਲ। ਸੋ ਉਹ ਫਿਰ 38 ਦਿਨ ਜਿਹੜੇ ਆ ਉਹ ਕੱਲਾ ਚੈਪਟਰ ਹੋ ਗਿਆ। ਪਹਿਲਾਂ ਸੋਚਿਆ ਕਿ ਕੱਲੀ ਕੰਟਰੀ ਦਾ ਇੱਕ ਚੈਪਟਰ ਹੋਵੇ, ਪਰ ਉਦਾਂ ਨਹੀਂ ਆ। ਸੋ ਕੱਲੇ ਦਿਨ ਦਾ ਇੱਕ ਚੈਪਟਰ ਹੋ ਗਿਆ। 3 ਚੈਪਟਰ ਪਹਿਲੋਂ ਆ ਜਿਹੜੇ ਬਿਹਾਈਂਡ ਦਾ ਸੀਨ ਜਾਂ ਉਹਦੀ ਪ੍ਰੈਪਰੇਸ਼ਨਸ ਜਾਂ ਹਾਊ ਇਟ ਸਟਾਰਟਡ। ਤਾਂ ਇੱਕ ਅਖੀਰਲਾ ਚੈਪਟਰ ਜਿਹੜਾ ਆ ਉਹ ਹੋ ਗਿਆ ਕਿ ਹਾਊ ਵੀ ਰੈਪਡ ਇਟ ਅਪ।
ਤੇ ਉਹਨੂੰ ਕਿਤੇ ਕਹਾਣੀ ਨੂੰ ਤੁਹਾਨੂੰ ਜਾਣੀ ਕਿ ਜਿਹੜੀ ਤੁਸੀਂ ਜੀ ਆ ਜਾਣੀ ਕਿ ਇਹ ਜਾਣੀ ਕਲਪਨਾ ਤਾਂ ਨਹੀਂ ਕੀਤੀ ਹੋਈ, ਇਹ ਸੱਚੀ ਹੋਈ ਆ ਇਹ ਗੱਲ। ਇਹ ਰੀਅਲ ਸਟੋਰੀ ਆ ਜੋ ਤੁਸੀਂ ਹੰਡਾਈ ਆ ਆਪਣੇ ਉੱਤੇ। ਅੱਛਾ ਪ੍ਰਭ ਜੀ, ਜਦੋਂ ਅਸੀਂ ਗੱਲ ਕਰਦੇ ਆ, ਤੁਸੀਂ ਬੁੱਕ ਦੇ ਵਿੱਚ ਲਿਖਿਆ, ਮੈਂ ਐਕਸਾਈਟਡ ਆ, ਮੈਂ ਇਹ ਬੁੱਕ ਪੜ੍ਹਨਾ ਚਾਹੂੰਗੀ ਕਿਉਂਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਆ। ਪਰ ਮੈਂ ਚਾਹੂੰਗੀ ਕਿ ਜੇ ਮੇਰੇ ਕੋਲ ਮੈਨੂੰ ਵਾਹਿਗੁਰੂ ਨੇ ਇੰਨੀ ਕੁ ਦਿੱਤਾ ਟਾਈਮ, ਇੰਨੀ ਕੁ ਸਮਰਥ ਬਖਸ਼ੀ, ਤੇ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਇਹਦਾ ਇੱਕ ਚੈਪਟਰ ਪੰਜਾਬੀ ਚ ਟਰਾਂਸਲੇਟ ਕਰਕੇ ਕਿਸੇ ਅਖਬਾਰ 'ਚ ਜ਼ਰੂਰ ਪਾਵਾਂਗੀ, ਜੇ ਮੇਰੇ ਕੋਲ ਟਾਈਮ ਮਿਲਿਆ, ਜੇ ਤੁਸੀਂ ਮੈਨੂੰ ਇਹਦੀ ਇਜਾਜ਼ਤ ਦਿਓਗੇ ਤਾਂ, ਤੇ ਮੈਂ ਜ਼ਰੂਰ ਇਹ ਕਰਾਂਗੀ। ਬਾਕੀ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਸੀ ਤੇ ਮੈਨੂੰ ਆ ਰਿਹਾ ਸੀ ਕਿ ਉਹ ਕਿਹੋ ਜਿਹੀ ਮੂਮੈਂਟ ਹੋਊਗੀ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਹੋਊਗਾ। ਉਹ ਕਿਵੇਂ ਲੱਗਾ ਸੀ ਤੁਹਾਨੂੰ? 6 ਜਾਣਿਆਂ ਨੇ ਕੀ ਗੂਸ ਬੰਪਸ ਆ ਰਹੇ ਆ ਵੀ ਉਹ ਕਿਵੇਂ ਮਹਿਸੂਸ ਕੀਤਾ ਸੀ ਤੁਸੀਂ ਕਿ ਆਪਣੇ ਲੈਂਡ ਤੇ ਆ ਗਏ, ਜਿੱਥੇ ਅਸੀਂ ਜੰਮੇ ਸੀ, ਜਿਸ ਮਿੱਟੀ ਦੇ ਵਿੱਚ ਅਸੀਂ ਪੈਦਾ ਹੋਏ ਸੀ, ਅਸੀਂ ਉਸ ਮਿੱਟੀ 'ਚ ਇੰਨਾ ਲੰਬਾ ਸਫ਼ਰ ਤੈਅ ਕਰਕੇ ਆ ਗਏ। ਉਹ ਮੂਮੈਂਟ ਕਿਵੇਂ ਦੀ ਸੀ? ਅੱਜ 4 ਸਾਲ ਹੋਣ ਲੱਗੇ ਜੀ ਇਸ ਰਾਈਡ ਜੀ। ਹਾਂ, ਆਈ ਐਮ ਅ ਵੈਰੀ ਇਮੋਸ਼ਨਲ ਪਰਸਨ ਸੀਰੀਅਸਲੀ। ਤਾਂ ਹੁਣ ਜਦੋਂ ਤੁਸੀਂ ਪੁੱਛ ਰਹੇ ਨਾ, ਹੁਣ ਵੀ ਮੈਨੂੰ ਉਦਾਂ ਹੀ ਮੇਰੇ ਲੂੰ ਕੰਡੇ ਖੜੇ ਹੋ ਰਹੇ ਆ, ਕਿਉਂਕਿ ਜਦੋਂ ਇਹ ਰਾਈਡ ਪਲਾਨ ਵੀ ਕੀਤੀ ਜਾ ਰਹੀ ਸੀ ਤਾਂ ਉਦੋਂ ਦਿਸ ਰਿਹਾ ਸੀ ਜਿੱਦਾਂ ਵਾਹਗਾ ਬਾਰਡਰ ਦਿਸ ਰਿਹਾ ਸੀ। ਕੀ ਬਾਤ ਹੈ। ਹਾਂ, ਅਸੀਂ ਇਮੇਜਿਨ ਹੀ ਨਹੀਂ ਸੀ ਕਰ ਸਕਦੇ ਕਿ ਅਸੀਂ ਹੋਰ ਕਿਸੇ ਪਾਸਿਓਂ ਦੀ ਐਂਟਰ ਹੋਈਏ, ਕਿਉਂਕਿ ਪੰਜਾਬ ਸਾਡੇ ਲਈ ਪੰਜਾਬ ਤੋਂ ਵੱਡਾ ਕੁਛ ਨਹੀਂ ਆ। ਬਿਲਕੁਲ ਜੀ, ਕੁਛ ਨਹੀਂ ਗਾ। ਤਾਂ ਇਹ ਚੀਜ਼ ਕਿਉਂਕਿ ਮੇਰੇ ਪੇਰੈਂਟਸ ਵੀ ਜਦੋਂ ਵੰਡ ਹੁੰਦੀ ਆ 47 ਵਾਲੀ, ਤਾਂ ਉਹ ਪਾਕਿਸਤਾਨ ਲਹਿੰਦੇ ਪੰਜਾਬ ਤੋਂ ਉੱਠ ਕੇ ਗਏ ਸੀ ਜੀ। ਲਹਿੰਦੇ ਪੰਜਾਬ ਨਾਲ ਸਾਡੀਆਂ ਸਾਂਝਾਂ ਬਹੁਤ ਆ ਜੀ। ਲਹਿੰਦੇ ਪੰਜਾਬ ਤਾਂ ਸਾਡਾ ਕਹਿ ਲਓ ਕਿ ਭਰਾ ਨਾਲੋਂ ਵੱਖ ਹੋਇਆ ਆ, ਇਹੀ ਗੱਲ ਆ। ਲਹਿੰਦਾ ਪੰਜਾਬ ਤਾਂ ਸਾਡੇ ਦਿਲਾਂ 'ਚ ਆ। ਤੁਸੀਂ ਯਕੀਨ ਮੰਨਿਓ ਉੱਥੇ ਜਾ ਕੇ ਜੋ ਤੁਹਾਨੂੰ ਆਪਣਤ ਜਾਂ ਜਿੰਨਾ ਪਿਆਰ ਮਿਲਦਾ ਨਾ, ਉਹ ਸਾਨੂੰ ਅਸੀਂ 22-23 ਕੰਟਰੀਆਂ ਵਿੱਚ ਦੀ ਗਏ ਆ, ਉਹਨਾਂ ਮੈਂ ਨਹੀਂ ਕਿਤੇ ਐਕਸਪੀਰੀਅੰਸ ਕੀਤਾ। ਕਿੰਨੀ ਆਪਣਤ, ਕਿੰਨਾ ਤੁਹਾਨੂੰ ਆਪਣਾ ਲੱਗਦਾ, ਕਿੰਨਾ ਤੁਸੀਂ ਜਾ ਕੇ ਜਾਣੀ ਕਿ ਜਦੋਂ ਦੇਖਦੇ ਹੋ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇਖਦੇ ਹੋ, ਤੁਹਾਨੂੰ ਲੱਗਦਾ ਕਿ ਦਿਸ ਇਜ਼ ਅਸ, ਜਾਣੀ ਕਿ ਆ ਸਾਡਾ, ਇਹ ਸਾਡਾ। ਜਾਂ ਤੁਹਾਨੂੰ ਉਹ ਜਿਹੜੀ ਉਹ ਜਿਹੜੀ ਰਾਜਿਆਂ ਵਾਲੀ ਫੀਲਿੰਗ ਹੈ ਨਾ, ਉਹ ਆਉਂਦੀ ਕਿ ਅਸੀਂ ਜਾਣੀ ਕਿ ਸਾਡੀ ਕੌਮ ਦਾ ਘਰ ਹੁੰਦਾ ਸੀ, ਅਸੀਂ ਸਾਡੀ ਆਹ ਕੌਮ ਸੀ, ਇਹ ਸਾਡਾ ਘਰ ਸੀ। ਪ੍ਰਾਊਡ ਹੀ ਆ, ਬੜਾ ਫੀਲ ਹੁੰਦਾ। ਪੰਜਾਬ ਦੀ ਧਰਤੀ ਤੇ ਵੀ ਪੈਰ ਰੱਖਦੇ ਇਹੀ ਹੁੰਦਾ ਮਹਿਸੂਸ। ਅਸੀਂ ਲੱਖ ਇੱਥੇ ਖੁਸ਼ ਆ, ਹਰ ਇੱਕ ਚੀਜ਼ ਸਾਡੇ ਕੋਲ ਆ, ਪਰ ਤੁਸੀਂ ਦੇਖਿਓ, ਮਹਿਸੂਸ ਕਰਿਓ, ਦਿੱਲੀ ਤੋਂ ਤੁਰ ਕੇ ਜਦੋਂ ਪੰਜਾਬ 'ਚ ਐਂਟਰੀ ਮਾਰਦੇ ਆ ਨਾ ਤੁਸੀਂ, ਰੂਹ ਏਦਾਂ ਕਰਦੀ ਹੈ ਕਿ ਦੱਸ ਇਟ, ਇੱਥੋਂ ਪਰੇ ਦੁਨੀਆ ਖਤਮ ਹੈ ਭਾਜੀ। ਭੈਣ ਜੀ, ਲਹਿੰਦਾ ਪੰਜਾਬ ਨੈਕਸਟ ਲੈਵਲ ਆ। ਕੀ ਬਾਤ ਹੈ। ਹਾਂ, ਸੀਰੀਅਸਲੀ। ਮੈਂ ਪੰਜਾਬ ਤੋਂ ਆਇਆ, ਮੈਂ ਪੰਜਾਬ ਨੂੰ ਜਾਂਦਾ ਰਹਿਣਾ, ਪਰ ਮੈਂ ਪਰਸਨਲੀ ਉਹਨਾਂ ਕਦੇ ਇਮੋਸ਼ਨਲ ਨਹੀਂ ਹੋਇਆ ਜਿੰਨਾ ਮੈਂ ਲਹਿੰਦੇ ਪੰਜਾਬ ਜਾ ਕੇ ਹੋਇਆ, ਕਿਉਂਕਿ ਜਿਹੜਾ ਸਾਡੀਆਂ ਉੱਥੇ ਆ, ਸਾਡੇ ਬਜ਼ੁਰਗਾਂ ਦੇ ਰੂਟਸ ਉੱਥੇ ਆ। ਸਤਿਕਾਰ, ਇੰਨਾ ਕੁ ਪਿਆਰ ਉਹ ਲੋਕ ਦੇ ਰਹੇ ਨੇ ਜਿਹੜੇ ਕਿ ਸਾਡਾ ਮੁਲਕ ਨਹੀਂ ਹੋ, ਹਨਾ। ਪਰ ਉਹ ਇਸ ਕਰਕੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਏਡੀਆਂ ਮਾਰਾਂ ਮਾਰੀਆਂ ਨੇ, ਜਾਣੀ ਕਿ ਮਹਾਰਾਜਾ ਰਣਜੀਤ ਸਿੰਘ ਨੇ, ਹਰੀ ਸਿੰਘ ਨਲਵੇ ਨੇ, ਉਹਨਾਂ ਲੋਕਾਂ ਨੇ ਉਹਨਾਂ ਨੂੰ ਕਿੰਨਾ ਵਧੀਆ ਟਰੀਟ ਕੀਤਾ ਹੋਊਗਾ ਕਿ ਉਹ ਸਾਡਾ ਵੀ ਸਤਿਕਾਰ ਕਰ ਰਹੇ। ਅਸੀਂ ਤਾਂ ਕੁਝ ਕੀਤਾ ਹੀ ਨਹੀਂ ਹੋ, ਪਰ ਉਹ ਬਹੁਤ ਨੈਕਸਟ ਲੈਵਲ ਚੀਜ਼ਾਂ ਨੇ। ਇੱਥੋਂ ਜਦੋਂ ਜਾ ਰਹੇ ਆ ਮਲਤਾਨ ਤੋਂ ਨਨਕਾਣਾ ਸਾਹਿਬ ਨੂੰ ਨਾ, ਉਹਨਾਂ ਨੇ ਹਾਈਵੇ ਬਣਾਇਆ ਬਹੁਤ ਸੋਹਣਾ। ਆਈ ਜਸਟ ਵਾਂਟ ਟੂ ਐਡ ਦਿਸ ਥਿੰਗ। ਤਾਂ ਉਹਦੇ ਉੱਤੇ ਮੋਟਰਸਾਈਕਲ ਨਹੀਂ ਅਲਾਉ ਕਰਦੇ, ਨਾ ਟਰੱਕ ਕਰਦੇ ਨੇ। ਜਦੋਂ ਅਸੀਂ ਉਹਦੇ ਉੱਤੇ ਚੜ੍ਹੇ, ਉਹ ਸ਼ਾਰਟਕਟ ਸੀਗਾ, ਤਾਂ ਅਸੀਂ ਕਿਹਾ ਉਹ ਹਾਈਵੇ ਤੋਂ ਦੀ ਜਾਂਦੇ, ਸਾਨੂੰ ਪਤਾ ਨਹੀਂ ਸੀ ਵੀ ਮੋਟਰਸਾਈਕਲ ਨਹੀਂ ਜਾ ਸਕਦੇ। ਜਦੋਂ ਉਹਦੇ ਉੱਤੇ ਚੜ੍ਹਦੇ ਹੋ ਤਾਂ ਉਹਦੇ ਉੱਤੇ ਉਹ ਸਾਨੂੰ ਰੋਕਦੇ, ਕਹਿੰਦੇ ਯਾਰ ਇੱਥੇ ਜਾ ਨਹੀਂ ਸਕਦੇ ਤੁਸੀਂ। ਤਾਂ ਉੱਥੇ ਐਸਪੀ ਰੈਂਕ ਦੇ ਪੁਲਿਸ ਦਾ ਆਫੀਸਰ, ਉਹ ਕਹਿੰਦਾ ਸਰਦਾਰ ਜੀ ਸੈਲਫੀ ਖਿੱਚ ਲਈਏ ਫੇਰ ਜਾਓ। ਅਸੀਂ ਕਿਹਾ ਠੀਕ ਹੈ ਜੀ। ਸੈਲਫੀ ਖਿੱਚੀ, ਅਸੀਂ ਚਲੇ ਗਏ। ਸਾਨੂੰ 1.5 ਘੰਟੇ ਬਾਅਦ ਹਾਈਵੇ ਪੈਟਰੋਲ ਦੀ ਗੱਡੀ ਨੇ ਆ ਕੇ ਰੋਕ ਲਿਆ ਫੇ। ਤਾਂ ਉਹ ਕਹਿੰਦੇ ਵੀ ਸਰਦਾਰ ਜੀ ਇੱਥੇ ਜਾ ਨਹੀਂ ਸਕਦੇ, ਸਾਨੂੰ ਲਾਹੌਰ ਤੋਂ ਵਾਇਰਲੈਸ ਆਈ ਆ ਵੀ ਮੋਟਰਸਾਈਕਲ ਜਾ ਰਹੇ ਆ, ਵੀ ਸਾਨੂੰ ਤੁਹਾਨੂੰ ਹਾਈਵੇ ਤੋਂ ਉਤਰਨਾ ਪੈਣਾ, ਤੁਹਾਨੂੰ ਐਸਕੌਰਟ ਕਰਦੇ ਅਸੀਂ ਪਿੰਡਾਂ ਵਿੱਚ ਦੀ। ਉੱਥੋਂ ਨਨਕਾਣਾ ਸਾਹਿਬ ਤਕਰੀਬਨ ਘੰਟੇ ਕੁ ਦੀ ਵਾਟ ਸੀਗੀ। ਨਨਕਾਣਾ ਸਾਹਿਬ ਸੰਗਤ ਵੇਟ ਕਰ ਰਹੀ ਸੀ ਵੀ ਉਹ ਆ ਰਹੇ ਨੇ, ਤਾਂ ਬਿਕੋਜ਼ ਉਹ ਸਾਰਾ ਮੀਡੀਆ ਦੇ ਵਿੱਚ ਕਵਰੇਜ ਸੀਗੀ, ਤਾਂ ਨਿਊਜ਼ ਦੇ ਵਿੱਚ ਸੀਗਾ। ਉਹਨਾਂ ਦਾ ਆਫੀਸਰ ਆਉਂਦਾ ਘੰਟੇ ਕੁ ਬਾਅਦ, ਉਹ ਆ ਕੇ ਕਹਿੰਦਾ ਜੀ ਤੁਸੀਂ ਜਾਓ ਹਾਈਵੇ ਤੇ ਦੀ, ਸਾਨੂੰ 2 ਗੱਡੀਆਂ ਐਸਕੌਰਟ ਦਿੰਦਾ ਹਾਈਵੇ ਦੀਆਂ। ਕਹਿੰਦਾ ਮੈਂ ਅਥਾਰਟੀਜ਼ ਨਾਲ ਆਪੇ ਨਹੀਂ ਜੱਟ ਲਊਂਗਾ। ਕੀ ਬਾਤ ਹੈ।
ਸਾਨੂੰ ਲੱਗਾ ਯਾਰ ਵੀ ਸਤਿਕਾਰ ਆਹ ਹੈ ਨਾ, ਤਾਂ ਉੱਥੇ ਇੱਕ ਟਾਊਨ ਆਉਂਦਾ ਟੋਬਾ ਟੇਕ ਸਿੰਘ ਉਸ ਹਾਈਵੇ ਦੇ ਉੱਤੇ। ਯਕੀਨ ਮੰਨਿਓ ਮੇਰੇ ਦੋਨੇ ਹੀ ਹੱਥ ਮੋਟਰਸਾਈਕਲ ਦੇ ਹੈਂਡਲ ਤੋਂ ਉੱਠ ਕੇ ਤਾਂ ਮੈਂ ਮੱਥਾ ਟੇਕ ਰਿਹਾ ਸੀ ਵੀ ਆ ਸਾਡਾ। ਕੀ ਬਾਤ ਹੈ। ਤੁਸੀਂ ਦੱਸ ਰਹੇ ਆ ਤੇ ਉਹ ਗੱਲਾਂ ਸੁਣ ਕੇ ਮਨ ਭਾਵਕ ਹੋ ਰਿਹਾ, ਖੁਸ਼ੀ ਨਾਲ ਗਦਗਦ ਹੋ ਰਿਹਾ। ਤੁਸੀਂ ਉਹ ਆਪਣੇ ਤੇ ਹੰਢਾ ਕੇ ਆਏ ਹੋ। ਸੋ ਜਦੋਂ ਕਾਫਲਾ ਮੋਟਰਸਾਈਕਲਾਂ ਦਾ ਤੁਹਾਨੂੰ ਉਡੀਕ ਰਿਹਾ ਸੀ ਪੰਜਾਬ ਦੇ ਵਿੱਚ, ਜੀ ਪੀਲੀਆਂ ਦਸਤਾਰਾਂ ਵਾਲੇ ਮੁੰਡੇ, ਪੀਲੀਆਂ ਸਾਫਿਆਂ ਵਾਲੇ ਮੁੰਡੇ, 6 ਮੋਟਰਸਾਈਕਲ ਇੱਥੋਂ ਗਏ ਸੀ ਤੇ ਉੱਥੇ ਮੇਰੇ ਖਿਆਲ 600 ਹੋਣਾ ਜਿਹੜਾ ਅੱਗੇ ਤੁਹਾਨੂੰ ਉਡੀਕ ਰਿਹਾ ਸੀ। ਜੀ ਉਹ ਕਿਵੇਂ ਲੱਗਾ ਤੁਹਾਨੂੰ ਸਾਰਾ? ਮੇਰੇ ਕੋਲ ਸ਼ਬਦ ਹੈ ਨਹੀਂ ਆ ਸੀਰੀਅਸਲੀ ਜੀ। ਅੱਖਾਂ ਵਿੱਚ ਪਾਣੀ ਸੀ ਜੀ। ਤੇ ਜਾਣੀ ਕਿ ਗਲਾ ਇੰਨਾ ਕੁ ਭਰਿਆ ਸੀ ਤੇ ਤੁਹਾਡੇ ਕੋਲ ਕੁਝ ਕਹਿ ਵੀ ਨਹੀਂ ਸੀ ਹੋ ਰਿਹਾ। ਸਾਨੂੰ ਪਹਿਲਾਂ ਹੀ ਈਮੇਲਸ ਜਾਂ ਮੈਸੇਜ ਆਉਣ ਲੱਗ ਪਏ। ਸਾਊਥ ਤੋਂ ਇੱਕ ਕੁੜੀ ਕਹਿੰਦੀ ਕਿ ਭਾਜੀ ਮੈਂ ਪ੍ਰੈਗਨੈਂਟ ਆ ਪਰ ਮੈਂ ਬਾਰਡਰ ਤੇ ਆਉਣਾ ਚਾਹੁੰਦੀ ਤੁਹਾਨੂੰ ਰਿਸੀਵ ਕਰਨਾ। ਸੋ ਇੰਨਾ ਪਿਆਰ ਦਿੱਲੀ ਤੋਂ ਸਾਊਥ ਤੋਂ ਲੋਕ, ਕਿੰਨੇ ਬੇਗੰਟ ਮੋਟਰਸਾਈਕਲ ਉੱਤੇ। ਇਹ ਮਹਾਰਾਜ ਦੀ ਕਿਰਪਾ ਹੀ ਆ। ਸਾਡਾ ਤਾਂ ਜਾਣੀ ਕਿ ਇਹਦੇ ਵਿੱਚ ਮੈਨੂੰ ਲੱਗਦਾ ਦਸਤਾਰ ਦੇ ਕਰਕੇ ਜਾਂ ਅਸੀਂ ਜਿਹੜਾ ਫੰਡ ਰੇਜ਼ਿੰਗ ਕਰ ਰਹੇ ਸੀ ਉਹਦੇ ਕਰਕੇ, ਜਾਂ ਜਾਣੀ ਕਿ ਕਿਰਪਾ ਹੀ ਆ ਇਹ ਹੋ ਸਕਦੀ। ਨਹੀਂ ਤਾਂ ਤੁਸੀਂ ਨੰਬਰ ਦੱਸੇ ਸੀ ਕਿ ਕੀ ਫੰਡ ਰੇਜ਼ਿੰਗ ਕੀਤੀ ਸੀ ਤੁਸੀਂ ਖਾਲਸਾ ਏਡ ਲਈ? ਹਾਂਜੀ, ਆਪਾਂ ਤਕਰੀਬਨ ਓਵਰ 100,000 $1,05,000 ਆਪਾਂ ਖਾਲਸਾ ਏਡ ਦੇ ਲਈ ਲੋਕਾਂ ਨੇ ਡੋਨੇਟ ਕੀਤਾ ਸੀ। ਅਸੀਂ ਤਾਂ ਬ੍ਰਿਜ ਬਣੇ ਸੀ, ਅਸੀਂ ਤਾਂ ਜਰੀਆ ਬਣੇ ਉਹਦਾ। ਜਿੱਥੇ ਜਿੱਥੇ ਵੀ ਗਏ ਸੀਗੇ ਤੁਸੀਂ ਖਾਲਸਾ ਏਡ ਯੂਰਪ ਦੇ ਵਿੱਚ ਥਰੂ ਆਊਟ ਜਿੱਥੇ ਵੀ ਆਪਾਂ ਗਏ ਆ ਲੋਕਾਂ ਨੇ ਬਹੁਤ ਜ਼ਿਆਦਾ ਡੋਨੇਸ਼ਨ ਦਿੱਤੀ ਹੈ। ਸੋ ਤੁਸੀਂ ਇਹ ਸਾਰਾ ਜੋ ਫੋਟੋ ਉੱਥੋਂ ਖਿੱਚੀਆਂ ਸੀ ਉਹਨਾਂ ਨੂੰ, ਕਿਉਂਕਿ ਜੇ ਅਸੀਂ ਇਸ ਜਰਨੀ ਦੀ ਮੈਂ ਗੱਲ ਕਰਾਂ ਤੇ ਬਹੁਤ ਭਾਵਕ ਮੂਮੈਂਟਸ ਵੀ ਹੋਣਗੀਆਂ ਤੁਹਾਡੀਆਂ ਪੰਜਾਬ ਦੀ ਧਰਤੀ ਤੇ ਜਾ ਕੇ। ਉਹ ਲੋਕ ਉਡੀਕ ਰਹੇ ਸੀ ਤੁਹਾਨੂੰ। ਜਿਵੇਂ ਜਿਵੇਂ ਤੁਹਾਡੀ ਜਰਨੀ ਜਾ ਰਹੀ ਸੀ ਉਵੇਂ ਉਵੇਂ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਤੇ ਲੋਕੀ ਅੱਗੇ ਤੁਹਾਨੂੰ ਉਡੀਕ ਰਹੇ ਸੀ। ਉਹਨਾਂ ਦੇ ਦਿਲ 'ਚ ਇੱਕ ਚਾਅ ਸੀ ਕਿ ਐਡੀ ਦੂਰੋਂ ਕੈਨੇਡਾ ਤੋਂ ਮੋਟਰਸਾਈਕਲ ਲੈ ਕੇ ਆ ਗਿਆ, ਉਹ ਵੀ 6 ਸਰਦਾਰ। ਬੜੀ ਵੱਡੀ ਗੱਲ ਆ, ਬੜੀ ਵੱਡੀ ਪ੍ਰਾਪਤੀ ਆ ਸਾਡੇ ਲਈ ਕਿ ਅਸੀਂ ਨਿਡਰ ਆ, ਉਸ ਕੌਮ ਦੇ ਵਾਰਿਸ ਆ। ਸਾਡੇ ਬਜ਼ੁਰਗ ਇੰਨੇ ਯੋਧੇ ਸੀ ਕਿ ਸਾਡੇ 'ਚ ਹਿੰਮਤ ਹੌਸਲਾ ਇੰਨਾ ਆ। ਪਰ ਤੁਸੀਂ ਇਹ ਰਾਈਡ ਕੀਤੀ ਆਲ ਓਵਰ, ਇੱਥੋਂ ਲੈ ਕੇ ਉੱਥੇ ਤੱਕ ਗਏ, ਬੜੀ ਖੁਸ਼ੀ ਹੋਈ। ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਆ ਕਿ ਇਨਸਾਨ ਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ। ਇਹ ਨਹੀਂ ਕਿ ਅਸੀਂ ਆਏ ਆ ਇੱਕ ਜਗ੍ਹਾ ਤੇ ਬੈਠੇ ਆ ਤੇ ਅਸੀਂ ਉੱਥੋਂ ਹੀ ਚਲੇ ਗਏ ਆ, ਜ਼ਿੰਦਗੀ ਦੇ ਵਿੱਚ ਕੁਝ ਕਮਾਇਆ ਨਹੀਂ, ਕੁਝ ਖੱਟਿਆ ਨਹੀਂ, ਲੋਕਾਂ ਨੂੰ ਕੁਝ ਪੇ ਬੈਕ ਨਹੀਂ ਕੀਤਾ। ਸੋ ਮੇਰਾ ਵੀ ਇਦਾਂ ਦਾ ਹੀ ਆ ਕਿ ਅਸੀਂ ਵੀ ਛੋਟਾ ਜਿਹਾ ਸਫ਼ਰ ਕੀਤਾ ਸੀਗਾ। ਮੈਂ ਆਪਾਂ ਸ਼ੋਅ ਤੋਂ ਪਹਿਲਾਂ ਕਰਦੇ ਸੀ। ਘਰਦਿਆਂ ਨੇ ਕਿਹਾ ਸੀ ਕਿ 4 ਔਰਤਾਂ ਕੀ ਕਰਨਗੀਆਂ ਕੱਲੀਆਂ, ਤੁਸੀਂ ਨੇਰੇ ਸਨੇਰੇ ਗੱਡੀ ਖਰਾਬ ਹੋ ਗਈ। ਪਰ ਵਾਹਿਗੁਰੂ ਦਾ ਨਾਮ ਲੈ ਕੇ ਤੁਰ ਪਈਆਂ ਸੀ। ਬੜਾ ਵਧੀਆ ਸਾਡਾ ਸਫ਼ਰ ਰਿਹਾ। ਹੁਣ ਅਗਲਾ ਜਿਹੜਾ ਸੋਚਿਆ ਆ ਉਹਦੇ ਤੇ ਕੰਮ ਕਰ ਰਹੀ ਆ, ਤੁਹਾਡੇ ਵਾਂਗੂ ਉਹਦੀ ਨੀਂਹ ਪੱਥਰ ਰੱਖੀ ਹੋਈ ਆ, ਕੰਮ ਕਰ ਰਹੇ ਆ। ਆਉਣ ਵਾਲਾ ਸਮਾਂ ਕਿੱਦਾਂ ਦਾ ਹੋਊਗਾ ਇਹ ਤਾਂ ਕਹਿੰਦੇ ਹੁੰਦੇ ਉਹ ਪਰਵਰਦਗਾਰ ਨੂੰ ਪਤਾ, ਉਹਨੂੰ ਵਾਹਿਗੁਰੂ ਨੂੰ ਪਤਾ ਕਿ ਤੁਹਾਡੇ ਤੇ ਕੀ ਸਮਾਂ ਆਉਣਾ। ਪਰ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਉਹ ਸਫ਼ਰ ਤੈਅ ਕੀਤਾ ਜਿਹੜਾ ਤੁਸੀਂ ਕਦੇ ਵੀ ਨਹੀਂ ਭੁੱਲ ਸਕਦੇ। ਪਰ ਮੈਨੂੰ ਇਸ ਗੱਲ ਨੂੰ ਤੁਹਾਡੇ ਨਾਲ ਗੱਲਾਂ ਕਰਦਿਆਂ ਨੂੰ ਆਈ ਫੀਲ ਪ੍ਰਾਊਡ ਕਿ ਤੁਸੀਂ ਇਹ ਮੂਮੈਂਟਸ ਮੇਰੇ ਨਾਲ ਸਾਂਝੀਆਂ ਕੀਤੀਆਂ। ਪਰ ਆਹ ਜਿਹੜੀ ਤੁਸੀਂ ਕਿਤਾਬ ਲਿਖੀ ਆ ਨਾ, ਇੱਕ ਬਹੁਤ ਵੱਡੀ ਦੇਣ ਆ। ਤੁਸੀਂ ਕਹਿੰਦੇ ਤੁਸੀਂ ਪੜ੍ਹਨਾ ਨਹੀਂ ਪਸੰਦ ਕਰਦੇ ਬਾਹਲਾ, ਤੁਸੀਂ ਲਿਖਣਾ ਨਹੀਂ ਪਸੰਦ ਕਰਦੇ, ਪਰ ਸ਼ਾਇਦ ਕੋਈ ਇਹੋ ਜਿਹੀ ਕੋਈ ਤਾਕਤ ਕੋਈ ਸੀ ਤੁਹਾਡੇ ਜ਼ਿਹਨ ਦੇ ਵਿੱਚ, ਇਹੋ ਜਿਹੀ ਕੋਈ ਵਾਹਿਗੁਰੂ ਦੀ ਕਿਰਪਾ ਸੀ ਜਿਨ੍ਹਾਂ ਨੇ ਤੁਹਾਡੇ ਕੋਲੋਂ ਅੱਖਰ ਪਰੋ ਦਿੱਤੇ ਇਸ ਕਿਤਾਬ ਦੇ ਵਿੱਚ। ਇੱਕ ਕਿਤਾਬ 'ਚ ਆ ਗਿਆ ਸਾਰਾ ਕੁਝ ਪੂਰਾ। ਇਹਦੇ ਵਿੱਚ ਇਦਾਂ ਆ ਕਿ ਜੋ ਵੀ ਸ਼ਬਦ ਆ ਕੱਲਾ ਕੱਲਾ ਉਹ ਸਾਰਾ ਕੁਝ ਹੋਇਆ ਆ। ਇਹਦੇ ਵਿੱਚ ਕੁਝ ਵੀ ਮੇਰੀ ਕਲਪਨਾ ਨਹੀਂ ਆ। ਜੋ ਕੁਝ ਕਿਉਂਕਿ ਮੇਰੇ ਨਾਲ 5 ਸਿੰਘ ਹੋਰ ਵੀ ਸੀਗੇ ਤੇ ਜੇ ਮੈਂ ਕੁਝ ਵੀ ਉਦਾਂ ਦਾ ਲਿਖਦਾ ਸੀ ਤਾਂ ਉਹਨਾਂ ਨੂੰ ਸੀ ਹੋਰ ਤਾਂ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਪਰ ਉਹਨਾਂ ਨੂੰ ਤਾਂ ਪਤਾ ਨਾ। ਉਹ ਕੁਝ ਏਦਾਂ ਦੀ ਚੀਜ਼ ਨਹੀਂ ਹੋ ਕਿ ਕੋਈ ਬੰਦਾ ਵੀ ਕਵੇ ਵੀ ਆ ਹੋਇਆ ਨਹੀਂ। ਹਾਂ, ਇਨਸਾਨ ਆ, ਮੈਂ ਭੁੱਲਿਆ ਹੋ ਸਕਦਾ ਕੁਛ ਇਹਦੇ ਵਿੱਚ ਐਡ ਕਰਨ ਤੋਂ। ਹਰੇਕ ਬੰਦੇ ਦੀ ਆਪਣੀ ਕੈਪੇਬਿਲਿਟੀ ਆ। ਮੈਂ ਜਾਣੀ ਕਿ ਮੈਂ ਸੋ ਮੱਚ ਅਲਟੀਮੇਟ ਤਾਂ ਕੁਛ ਵੀ ਨਹੀਂ ਹੁੰਦਾ ਹਨਾ, ਤਾਂ ਇਹ ਤੋਂ ਵੀ ਸ਼ਾਇਦ ਕੋਈ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕਦਾ, ਉਸ ਚੀਜ਼ ਨੂੰ, ਰਾਈਡ ਨੂੰ। ਪਰ ਜਿੰਨਾ ਕੁ ਕੈਪੇਬਲ ਸੀਗਾ, ਜਿੰਨਾ ਕੁ ਮਾੜੇ ਮੋਟੇ ਮਹਾਰਾਜ ਨੇ ਜਿੰਨੀ ਕੁ ਵੀ ਥੋੜੀ ਬਹੁਤਾ ਦਿਮਾਗ ਦਿੱਤਾ ਆ, ਮੈਂ ਪੂਰਾ ਇਮਾਨਦਾਰੀ ਦੇ ਨਾਲ, ਪੂਰੀ ਸ਼ਿੱਦਤ ਦੇ ਨਾਲ
ਮੈਂ ਇਹ ਕੰਪਾਈਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ। ਐਂਡ ਬਲੀਵ ਮੀ, ਇੰਨੇ ਕੁ ਜਾਣੀ ਕਿ ਅਰਾਊਂਡ ਦ ਗਲੋਬ ਜਿਹੜਾ ਮੇਨ ਸਟਰੀਮ ਜਾਣੀ ਕਿ ਜਿਹੜੀ ਕਮਿਊਨਿਟੀ ਆ ਜਾਂ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ, ਦਿਸ ਇਜ਼ ਬੀਇੰਗ ਵੈਰੀ ਮਚ ਅਪਰੀਸ਼ੀਏਟਡ। ਇਹ ਕਿਤਾਬ ਕਿੱਥੋਂ ਮਿਲ ਸਕਦੀ ਜੇ ਤੁਸੀਂ ਮੈਨੂੰ ਜਰੂਰ ਇੱਕ ਵਾਰੀ ਕਵਰ ਦਿਖਾਓ ਸਾਡੇ ਦੇਖਣ ਵਾਲਿਆਂ ਨੂੰ। ਡੈਫੀਨਿਟਲੀ ਇਹ ਭੈਣ ਜੀ ਹੈਗੀ ਆ Amazon ਦੇ ਉੱਪਰ। ਜੇ ਤੁਸੀਂ Amazon ਤੇ ਐਂਟਰ ਕਰਦੇ ਆ ਹੈਡਿੰਗ ਹੋਮ ਜਾਂ ਮੇਰਾ ਨਾਮ ਪਾ ਦਿਓ ਪ੍ਰਭਜੀਤ ਨਾਲ, ਜਾਂ ਹੈਡਿੰਗ ਹੋਮ ਮੋਟਰਸਾਈਕਲ ਓਡੀਸੀ, ਸੋ ਆਲ ਓਵਰ ਦਾ ਗਲੋਬ ਕਿਤੇ ਵੀ ਜਿੰਨੇ ਵੀ ਆਨਲਾਈਨ ਬੁੱਕ ਸਟੋਰ ਨੇ ਉਹ ਸਾਰਿਆਂ ਤੇ 3 ਫਾਰਮੈਟਸ ਵਿੱਚ ਬੁੱਕ ਆ ਇਹ। ਇੱਕ ਹਾਰਡ ਕਵਰ ਆ, ਇੱਕ ਪੇਪਰ ਬੈਕ ਆ ਜਿੱਦਾਂ ਪੇਪਰ ਬੈਕ ਦਾ ਮਤਲਬ ਕਿ ਇਹ ਮੋਟੀ ਜਲਦ ਨਹੀਂ ਆ, ਤਾਂ ਜਿਹੜੀ ਹਾਰਡ ਕਵਰ ਆ ਉਹਦੀ ਮੋਟੀ ਜਲਦ ਆ, ਅਦਰਵਾਈਜ਼ ਵਿੱਚੋਂ ਸੇਮ ਆ ਸਾਰੀ, ਤਾਂ ਇੱਕ ਈ ਬੁੱਕ ਦੀ ਸ਼ੇਪ ਚ ਆਉਂਦੀ ਆ। ਸੋ ਇਹ ਤਕਰੀਬਨ ਅਰਾਊਂਡ 42,000 ਵਰਡ ਨੇ ਇਹਦੇ ਵਿੱਚ, 42 ਚੈਪਟਰ ਨੇ, ਐਵਰੇਜ 1000 ਵਰਡ ਦਾ ਹਰੇਕ ਚੈਪਟਰ ਆ, ਤਾਂ 340 ਕੁ ਫੋਟੋਆਂ ਨੇ ਇਹ 'ਚ। ਮੈਂ ਹੀ ਪੁੱਛਣ ਲੱਗੀ ਸੀ ਕਿ ਨਾਲ ਫੋਟੋ ਇਨਕਲੂਡ ਕੀਤੀਆਂ। ਫੋਟੋਆਂ ਉਹ ਮੈਂ ਨਾ ਆਪ ਪਤਾ ਨਹੀਂ ਕਈ ਵਾਰੀ ਲੱਗਦਾ ਹੁੰਦਾ, ਮੈਂ ਆਪ ਬੜਾ ਟਰਾਈ ਕਰਦਾ ਹੁੰਦਾ ਟੂ ਬੀ ਅ ਪਰਫੈਕਸ਼ਨਿਸਟ, ਤਾਂ ਉਹ ਫਿਰ ਸਟੋਰੀ ਜਾਣੀ ਕਿ ਮੈਂ ਟਰਾਈ ਕੀਤੀ ਕਿ ਜਿਹੜੀ ਗੱਲ ਹੋ ਰਹੀ ਆ ਨਾ ਉਹਦੀ ਫੋਟੋ ਉਸੇ ਹੀ ਪੇਜ ਤੇ ਹੋਵੇ। ਐਦਾਂ ਨਹੀਂ ਕਿ ਤੁਸੀਂ ਪੇਜ ਲੱਦ ਲਿਆ ਤਾਂ ਤੁਸੀਂ ਦੇਖੋ ਯਾਰ ਇਹਦੀ ਗੱਲ ਹੈ ਨਹੀਂ, ਤਾਂ ਜਾਂ ਤੁਸੀਂ ਜਾਣੀ ਕਿ ਵੀ ਇੱਥੇ ਪੜ੍ਹ ਰਹੇ ਆ ਤਾਂ ਗਾਂ ਦੇ ਪੇਜ ਤੇ ਉਹਦੀ ਫੋਟੋ ਆਵੇ। ਸੋ ਆਈ ਟੁੱਕ ਅ ਵਾਈਲ, ਟੁੱਕ ਮੀ ਅਬਾਊਟ ਓਵਰ ਅ ਈਅਰ to compile this. ਮੈਨੂੰ ਕੋਈ ਰਸ਼ ਨਹੀਂ ਸੀ, I am not, this is not my business. ਸੋ ਤੁਸੀਂ ਇਹਦੀ ਕੋਈ PDF ਫਾਈਲ ਇਹਦੀ ਹੈਗੀ ਆ ਤੁਹਾਡੇ ਕੋਲ ਕਿ ਅਸੀਂ ਚਾਹਾਂਗੇ ਕਿ ਸਾਡੇ ਕੋਲ ਖਾਲਸਾ ਲਾਇਬ੍ਰੇਰੀ ਆ ਜੀ, ਔਰ ਮੈਂ ਜਰੂਰ ਸਾਡੀ ਮੈਨੇਜਮੈਂਟ ਨਾਲ ਗੱਲ ਕਰਾਂਗੀ ਕਿ ਜੇ ਇਹਦੀ PDF ਫਾਈਲ ਹੋਵੇ ਤੇ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਲਾਇਬ੍ਰੇਰੀ ਦੇ ਵਿੱਚ ਵੀ ਐਡ ਕਰੋ ਤਾਂ ਕਿ ਹੋਰ ਵੀ ਬੱਚੇ ਵੀ ਪੜ੍ਹ ਸਕਣ, ਹੋਰ ਲੋਕ ਵੀ ਪੜ੍ਹ ਸਕਣ, ਹਨਾ। ਡੈਫੀਨਿਟਲੀ ਜਰੂਰ ਅਸੀਂ ਇਹਦੀ ਗੱਲ ਕਰਾਂਗੇ ਅੱਗੇ ਚੱਲ ਕੇ ਜਦੋਂ ਵੀ ਸਾਡੀ ਟੀਮ ਨੂੰ ਟਾਈਮ ਲੱਗਾ ਤੁਹਾਡੇ ਨਾਲ। ਪਰ ਇਸ ਕਿਤਾਬ ਨੂੰ ਲਿਖਦੇ ਆ ਤੁਸੀਂ ਫਿਰ ਤੋਂ ਇੱਕ ਵਾਰੀ ਉਹ ਰਾਈਡ ਨੂੰ ਜੀ ਲਿਆ, ਇੱਕ ਵਾਰੀ ਤੇ ਆਪ ਐਕਸਪੀਰੀਅੰਸ ਕੀਤਾ, ਇੱਕ ਵਾਰੀ ਲਿਖਦਿਆਂ ਕੀਤਾ, ਤੇ ਮੈਨੂੰ ਲੱਗਦਾ ਅੱਜ ਫਿਰ ਉਹ 4 ਸਾਲ ਤੋਂ ਬਾਅਦ ਅੱਜ ਫਿਰ ਤੁਸੀਂ ਉਹ ਗੱਲਾਂ ਖੋਲ ਕੇ, ਤੇ ਮੈਂ ਦੇਖ ਰਹੀ ਹਾਂ ਤੁਹਾਡੇ ਫੇਸ ਐਕਸਪ੍ਰੈਸ਼ਨ ਕਿ ਕਿਵੇਂ ਤੁਸੀਂ ਉਸ ਰਾਈਡ ਨੂੰ ਮਹਿਸੂਸ ਕਰ ਰਹੇ ਹੋ ਜੀ। ਕੀ ਮੈਸੇਜ ਹੋਊਗਾ ਜਿਹੜੇ ਸਾਡੇ ਨਵੇਂ ਮੁੰਡੇ ਰਾਈਡਰ ਉੱਠਦੇ ਆ ਜਾਂ ਜਿਹੜੇ ਰਾਈਡ ਕਰਨ ਜਾਂਦੇ ਆ, ਕਿਹੜੀਆਂ ਗਾਈਡਲਾਈਨਸ ਆ, ਕਿਹੜੇ ਸੇਫਟੀ ਟਿਪਸ ਆ ਜਿਹੜੇ ਤੁਸੀਂ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਇੰਨੀ ਲੰਬੀ ਰਾਈਡ ਕੀਤੀ ਆ, ਬੜਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਤਰ੍ਹਾਂ ਦਾ, ਵੱਖ-ਵੱਖ ਕੰਟਰੀਆਂ ਦਾ, ਸੋ ਕਿਹੜੇ ਟਿਪਸ ਹੋਣਗੇ ਜਿਹੜੇ ਪ੍ਰਭਜੀਤ ਜੀ ਦੇਣਾ ਚਾਹੁੰਦੇ ਆ ਸਾਡੀ ਨਿਊ ਜਨਰੇਸ਼ਨ ਨੂੰ? ਜਿੱਦਾਂ ਆਪਾਂ ਪਹਿਲਾਂ ਕਿਹਾ ਕਿ ਟਰਾਈ ਟੂ ਡੂ ਐਜ਼ ਮਚ ਐਜ਼ ਹੋਮਵਰਕ। ਮੇਰੇ ਤੋਂ ਵੀ ਬਹੁਤ ਚੀਜ਼ਾਂ ਰਹੀਆਂ ਇੱਥੋਂ ਸਾਰਾ ਕੁਝ ਕਰ ਲਿਆ, ਇੰਗਲੈਂਡ ਜਾ ਕੇ ਚਿੱਤਾ ਆਇਆ ਵੀ ਇੰਸ਼ੋਰੈਂਸ ਵੀ ਕਰਾਉਣੀ ਆ। ਅੱਛਾ ਜੀ, ਸੀਰੀਅਸਲੀ। ਸਾਡੇ ਨਾਲ ਇੱਕ ਰਾਈਡਰ ਸੀਗੇ, ਉਹਨਾਂ ਦੀ ਕਜ਼ਨ ਸੀਗੀ, ਉਹਨੇ ਹੈਲਪ ਕੀਤੀ ਫਿਰ ਨਾਲ ਉਹਦੇ ਇੰਸ਼ੋਰੈਂਸ ਬਾਈ ਕਰਨੀ। ਸੋ ਜਿੰਨਾ ਵੀ, ਕਿਉਂਕਿ ਕਾਹਲੀ ਇਹ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਕੰਮ ਹੁੰਦਾ ਆ, ਸੋ ਉਹਨੂੰ ਐਜ਼ ਮਚ ਐਜ਼ ਟੇਕ ਯੂਰ ਟਾਈਮ, ਜਿੰਨੀ ਵੀ ਇਨਫੋਰਮੇਸ਼ਨ ਉਹਦੇ ਬਾਰੇ ਲੈ ਸਕਦੇ ਹੋ ਉਹਦੇ ਬਾਰੇ ਉਹ ਪਹਿਲੋਂ ਇਕੱਠੀ ਕਰਕੇ। ਤਾਂ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਸੋਚ ਲੈਂਦੇ ਹੋ ਕੁਝ ਕਰਨ ਦਾ, ਫਿਰ ਮਹਾਰਾਜ ਵੀ ਸਾਥ ਦਿੰਦਾ ਹੈ। ਜਿੰਨਾ ਰਾਹਾਂ ਤੇ ਥਾਣੀ ਅਸੀਂ ਲੰਘ ਕੇ ਗਏ ਆ, ਗੁਰੂ ਨਾਨਕ ਪਾਤਸ਼ਾਹ ਇੱਦਾਂ ਲੱਗ ਰਿਹਾ ਸੀ ਕਿ ਆਪ ਬਾਂਹ ਫੜ ਕੇ ਲੈ ਕੇ ਜਾ ਰਹੇ ਨੇ। ਉਹ ਬਹੁਤ, ਤਾਂ ਮੈਂ ਤਾਂ ਇਹ ਬਲੀਵ ਕਰਦਾ ਕਿ ਵੀ ਆਲ ਆਰ ਗੋਨਾ ਡਾਈ ਵਨਸ ਐਂਡ ਵਨ ਡੇ। ਇੱਕੋ ਹੀ ਵਾਰੀ ਮਾਰਨਾ ਤੇ ਇੱਕੋ ਹੀ ਦਿਨ ਮਾਰਨਾ। ਸੋ ਲਿਵ ਐਵਰੀ ਅਦਰ ਡੇ। ਕੀ ਬਾਤ ਹੈ। ਡੂ ਵਾਟ ਯੂ ਵਾਂਟ ਟੂ ਡੂ as long as it's not hurting others. Try to be a better human. ਤਰੁੱਟੀਆਂ ਰਹਿੰਦੀਆਂ, ਮੇਰੇ ਵਿੱਚ ਬਹੁਤ ਕਮੀਆਂ ਨੇ, ਸਾਰਿਆਂ 'ਚ ਹੀ ਹੁੰਦੀਆਂ, ਮੇਰੇ 'ਚ ਜ਼ਿਆਦੀਆਂ ਨੇ ਲੋਕਾਂ ਨਾਲ, ਪਰ ਮੈਂ ਫਿਰ ਇੱਦਾਂ ਹੁੰਦਾ ਕਿ ਜਿਹੜੇ ਤੁਹਾਡੇ ਆਲਾ ਦੁਆਲਾ ਜਿਹੜੇ people that look upon you, you try to be more human. I think ਮੈਂ ਜਦੋਂ ਲਿਖ ਰਿਹਾ ਸੀ ਉਦੋਂ ਮੈਨੂੰ ਐਡੀ ਗੱਲ ਨਹੀਂ ਸੀ ਲੱਗਦੀ, ਪਰ ਹੁਣ ਜਦੋਂ ਲੋਕ ਉਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਆ ਤਾਂ ਮੈਨੂੰ ਫਿਰ ਲੱਗਦਾ ਸੀਰੀਅਸਲੀ ਲਾਈਕ ਇਜ਼ ਇਟ that big of a deal? But I really appreciate you giving me the time to talk about this, share my memories. This is not my book, this is the book of our community, of the achievements of the Sikh community, ਜਾਂ ਕੋਈ ਵੀ ਐਜ਼ ਅ ਕੋ ਰਾਈਡਰ ਜਾਂ ਸਿੱਖ ਮੋਟਰਸਾਈਕਲ ਕਲੱਬ ਦਾ ਮੈਂ ਮੈਂਬਰ ਆ, ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਆ।
ਬਿਕਾਜ਼ ਇਸ ਆਰਗੇਨਾਈਜੇਸ਼ਨ ਨੇ ਸਾਨੂੰ ਬਹੁਤ ਕੁਝ ਦਿੱਤਾ। ਸਰਦਾਰ ਅਵਤਾਰ ਸਿੰਘ ਢਿੱਲੋਂ ਹੋਣੀ ਇੱਕ ਇਸ ਨਾਲ ਲੜਦੇ ਤਾਂ ਸ਼ਾਇਦ ਮੇਰੇ ਸਿਰ ਤੇ ਅੱਜ ਦਸਤਾਰ ਵੀ ਨਾ ਹੁੰਦੀ। ਮੈਂ ਮੋਟਰਸਾਈਕਲ, ਜੇ ਮੈਂ ਦਸਤਾਰ ਨਾ ਹੁੰਦੀ ਓਬਵੀਅਸਲੀ ਮੈਂ ਮੋਟਰਸਾਈਕਲ ਨਹੀਂ ਸੀ ਰਾਈਡ ਕਰਦਾ ਹੋਣਾ। ਮੋਟਰਸਾਈਕਲ ਰਾਈਡ ਨਾ ਕਰਦਾ ਹੁੰਦਾ ਤਾਂ ਪੰਜਾਬ ਨੂੰ ਕਿਨੇ ਜਾਣਾ ਸੀ, ਪੰਜਾਬ ਨਾ ਜਾਂਦੇ ਤਾਂ ਕਿਤਾਬ ਕਿਨੇ ਨਿਕਲੀ ਸੀ। ਕੀ ਬਾਤ ਹੈ, ਕੜੀ ਨਾ ਕੜੀ ਜੋੜਦੀ ਗਈ। ਇਹ ਸਭ ਵਿਦ ਬਣਾਈ ਹੁੰਦੀ ਉਸ ਵਾਹਿਗੁਰੂ ਦੀ। ਇਹ ਬਹੁਤ ਵੱਡੀਆਂ ਜਾਣੀ ਕਿ ਮਹਾਰਾਜ ਕਰ ਰਹੇ, ਬਾਕੀ ਤਾਂ ਸਾਰਾ ਕੁਝ ਹੈ। ਬਹੁਤ ਵਧੀਆ ਲੱਗਾ ਪ੍ਰਭਜੀਤ ਜੀ, ਮੈਨੂੰ ਅੱਜ ਖੁਸ਼ੀ ਵੀ ਬੜੀ ਹੋਈ ਤੇ ਮੈਂ ਸਾਡੀ ਮੈਨੇਜਮੈਂਟ 'ਚ ਸਾਡੇ ਸੁਖੀ ਹੋਣਾ ਦਾ ਵੀ ਧੰਨਵਾਦ ਕਰਦੀ ਹਾਂ, ਸੁਖੀ ਕੌਰ, ਜਿਨ੍ਹਾਂ ਨੇ ਕਿਉਂਕਿ ਸਾਡੇ ਬੈਕ ਐਂਡ ਤੇ ਸਾਡੇ ਉਹੀ ਮੈਨੇਜ ਕਰਦੇ ਆ ਇੰਟਰਵਿਊ, ਉਹਨਾਂ ਦੀਆਂ ਸੈੱਟ ਹੁੰਦੀਆਂ, ਸਾਨੂੰ ਤੇ ਮੈਸੇਜ ਆਉਂਦਾ ਕਿ ਤੁਹਾਡੇ ਆਹ ਗੈਸਟ ਹੈਗੇ ਆ। ਪਰ ਮੈਂ ਕਹੂੰਗੀ ਥੈਂਕ ਯੂ ਸੁਖੀ ਦਾ, ਜਿਨ੍ਹਾਂ ਨੇ ਤੁਹਾਡੇ ਨਾਲ ਅੱਜ ਮੇਰੀ ਇੰਟਰਵਿਊ ਕਰਵਾਈ ਔਰ ਬੜਾ ਚੰਗਾ ਲੱਗਾ ਤੁਹਾਡੀ ਜਰਨੀ ਦੇ ਬਾਰੇ ਜਾਣ ਕੇ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਮੈਂ ਚਾਹੂੰਗੀ ਕਿ ਸਾਡੇ ਹਰ ਘਰ ਦੇ ਵਿੱਚ ਹਰ ਇੱਕ ਨੂੰ ਇਹ ਪੜ੍ਹਨੀ ਚਾਹੀਦੀ ਹੈ, ਕਿਉਂਕਿ ਜੇ ਗੱਲਾਂ 'ਚੋਂ ਅਸੀਂ ਇੰਨੀ ਪੋਜ਼ਿਟਿਵਿਟੀ ਤੁਹਾਡੇ ਕੋਲੋਂ ਮਹਿਸੂਸ ਕਰ ਰਹੇ ਹਾਂ ਤੇ ਬੁੱਕ ਨੂੰ ਪੜ੍ਹ ਕੇ ਤੇ ਹੋਰ ਮਨ ਨੂੰ ਸਕੂਨ ਮਿਲੇਗਾ। ਸੋ ਥੈਂਕ ਯੂ ਫॉर योर ਟਾਈਮ ਕਿ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਔਰ ਪਤਾ ਹੀ ਨਹੀਂ ਲੱਗਾ ਕਦੋਂ 1 ਘੰਟਾ ਹੋ ਗਿਆ ਸਾਨੂੰ ਗੱਲਾਂ ਕਰਦਿਆਂ ਨੂੰ। ਸੋ ਥੈਂਕ ਯੂ ਸੋ ਮਚ, ਇਟ ਵਾਸ ਅ ਗ੍ਰੇਟ ਓਪਰਚੁਨਿਟੀ ਟੂ ਸ਼ੇਅਰ ਮਾਈ ਥਿੰਗਸ ਵਿਦ ਯੂ ਐਂਡ ਵਿਦ ਐਵਰੀ ਆਲ ਅਦਰ ਵਿਊਅਰਸ ਆਫ ਸਾਂਝਾ ਟੀਵੀ ਜੀ ਲੋਕਲ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭੈਣ, ਥੈਂਕ ਯੂ। ਬਿਲਕੁਲ ਜੀ, ਕਈ ਵਾਰੀ ਸ਼ੋਅ ਐਵੇਂ ਦਾ ਹੁੰਦਾ ਕਿ ਤੁਸੀਂ ਸੋਚਦੇ ਆ ਕਿ ਤੁਸੀਂ ਕਿਸੇ ਇਨਸਾਨ ਦੀ ਜਰਨੀ ਦੇ ਬਾਰੇ ਗੱਲ ਕਰਨੀ ਆ। ਉਹਨਾਂ ਨੇ ਇੱਕ ਟ੍ਰਿਪ ਕੀਤਾ ਸੀ, ਮੋਟਰਸਾਈਕਲ ਤੇ ਗਏ ਸੀ, ਤੁਸੀਂ ਬਸ ਉਹ ਗੱਲਾਂ ਕਰਨੀਆਂ, ਪੁੱਛਣਾ, ਪਰ ਤੁਹਾਨੂੰ ਕਦੇ ਮਹਿਸੂਸ ਜਦੋਂ ਤੁਸੀਂ ਉਹ ਗੱਲਾਂ ਸ਼ੁਰੂ ਕਰਦੇ ਆ ਫਿਰ ਤੁਹਾਨੂੰ ਫੀਲ ਹੁੰਦਾ ਕਿ ਨਹੀਂ, ਇਹ ਜਰਨੀ ਨਹੀਂ ਸੀ, ਇਹ ਇੱਕ ਚੈਪਟਰ ਸੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਉਹਨਾਂ ਨੇ ਹੰਢਾਇਆ ਹੋਇਆ। 38-39 ਦਿਨ ਜਿਹੜਾ ਉਹਨਾਂ ਨੇ ਕੈਨੇਡਾ ਦੀ ਧਰਤੀ ਤੋਂ 6 ਨੌਜਵਾਨ ਜਿਹੜੇ ਸਿੱਖ ਦਸਤਾਰਧਾਰੀ, ਦਸਤਾਰਾਂ ਦੇ ਨਾਲ ਮੋਟਰਸਾਈਕਲ ਤੇ ਪੰਜਾਬ ਦੀ ਧਰਤੀ ਤੇ ਗਏ। ਕਿਵੇਂ ਦਾ ਐਕਸਪੀਰੀਅੰਸ ਹੋਵੇਗਾ ਜਦੋਂ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਗਏ ਹੋਣਗੇ, ਤੇ ਹੋਰ ਕਿੰਨੇ ਮੋਟਰਸਾਈਕਲ ਵਾਲਿਆਂ ਨੇ ਆ ਕੇ ਉਹਨਾਂ ਨੂੰ ਜੀ ਆਇਆਂ ਆਖਿਆ। ਸੋ ਇੱਕ ਪੜਾਅ ਉਹਨਾਂ ਦਾ ਇਸ ਰਾਈਡ ਦਾ ਇਸ ਕਿਤਾਬ ਦੇ ਵਿੱਚ ਆ। ਸੋ ਤੁਸੀਂ ਇਹ ਜ਼ਰੂਰ ਜਿੱਥੋਂ ਵੀ ਤੁਹਾਨੂੰ ਪ੍ਰਾਪਤ ਹੋਊਗੀ, ਐਮਾਜ਼ੋਨ ਤੇ ਵੀ ਮਿਲਦੀ ਹੈ, ਹੈਡਿੰਗ ਹੋਮ ਪ੍ਰਭਜੀਤ ਸਿੰਘ ਤੱਖਰ, ਤੁਸੀਂ ਇਹਨਾਂ ਦਾ ਨਾਂ ਪਾ ਸਕਦੇ ਹੋ। ਤੁਸੀਂ ਕਿਤਾਬ ਜ਼ਰੂਰ ਪੜ੍ਹਿਓ। ਉਮੀਦ ਕਰਦੀ ਹਾਂ ਅੱਜ ਦਾ ਤੁਸੀਂ ਸ਼ੋਅ ਜ਼ਰੂਰ ਪਸੰਦ ਕੀਤਾ ਹੋਵੇਗਾ। ਹੁਣ ਮੰਗਲਵਾਰ ਗੱਲਾਂ ਖਰੀਆਂ ਵਿੱਚ ਸ਼ਾਮੀ 7 ਵਜੇ ਫਿਰ ਤੁਹਾਡੇ ਰੂਬਰੂ ਹੋ ਜਾਵਾਂਗੀ। ਤਦ ਤੱਕ ਚੜ੍ਹਦੀ ਕਲਾ 'ਚ ਰਹੋ। ਸਾਰਿਆਂ ਨੂੰ ਹੀ ਵੀਕਐਂਡ ਆ ਰਿਹਾ, ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਖੇਲਦੇ ਰਹੋ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।